गुड मॉर्निंग स्टूडेंट्स। ਆਪਾਂ ਅਜੇ ਕੱਲ ਆਰਹੇਨੀਅਸ ਦੀ ਇਕੁਏਸ਼ਨ ਕੀਤੀ ਸੀਗੀ, ਉਹਨੂੰ ਡਰਾਈਵ ਕੀਤਾ ਸੀਗਾ ਕਿਉਂਕਿ ਉਹਨੂੰ ਆਪਾਂ ਸਿੰਪਲ ਇਕੁਏਸ਼ਨ ਦੀ ਫਾਰਮ 'ਚ ਨਿਊਮੈਰੀਕਲਸ ਦੇ ਵਿੱਚ ਯੂਜ਼ ਕਰਨਾ। ਅੱਜ ਆਪਾਂ ਉਹਦੇ ਨਾਲ ਰਿਲੇਟਡ ਦੋ ਤਿੰਨ ਨਿਊਮੈਰੀਕਲਸ ਟਰਾਈ ਕਰਾਂਗੇ ਕਿ ਪੇਪਰ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦਾ ਨਿਊਮੈਰੀਕਲ ਆ ਜਾਏ ਤਾਂ ਆਪਾਂ ਉਹਨੂੰ ਸੋਲਵ ਕਰ ਸਕੀਏ। ਸਿੰਪਲ ਆਪਾਂ ਵੈਲਿਊਜ਼ ਹੀ ਪੁੱਟ ਕਰਨੀ ਹੈ ਔਰ ਲੌਗ ਨਿਕਾਲਣਾ ਹੈ। ਸੋ ਫਸਟ ਕੁਐਸਚਨ ਹੈਗਾ, for the decomposition reaction the values of rate constant K at two different temperatures। ਇਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੇਟ ਜਿਹੜਾ ਹੈ ਆਪਾਂ ਨੂੰ ਦੋ ਡਿਫਰੈਂਟ ਟੈਂਪਰੇਚਰਸ ਤੇ ਨੋਟ ਕੀਤਾ ਮਿਲੇਗਾ, ਉਹ ਦੋਨੋਂ ਰੇਟਸ ਅਸੀਂ ਜਿਹੜੇ ਆ ਲੈਣੇ ਹੋਣਗੇ। ਸੋ ਇਹ ਰੇਟ ਜਿਹੜਾ ਡਿਫਰੈਂਟ ਟੈਂਪਰੇਚਰਸ ਤੇ ਆਪਾਂ ਨੂੰ ਦਿੱਤਾ ਗਿਆ ਆ, K1 ਦੀ ਵੈਲਿਊ ਦਿੱਤੀ ਗਈ ਹੈ 2.15 into 10 raised to power -8। ਇਹ ਜਿਹੜੀ ਦਿੱਤੀ ਗਈ ਹੈ ਵੈਲਿਊ, ਇਹ ਆਪਾਂ ਨੂੰ ਟੈਂਪਰੇਚਰ 650 ਕੈਲਵਿਨ ਤੇ ਦਿੱਤੀ ਗਈ ਹੈ। ਜਿਹੜੀ T2 ਦੀ ਵੈਲਿਊ ਹੈ 2.39, K2 ਦੀ ਵੈਲਿਊ 2.39 10 raised to power -7। ਇਹ ਸਾਨੂੰ ਟੈਂਪਰੇਚਰ ਜਿਹੜਾ ਦਿੱਤਾ ਗਿਆ ਹੈ 700 ਕੈਲਵਿਨ ਤੇ ਦਿੱਤੀ ਗਈ ਹੈ। ਸੋ ਇਹ ਦੋ ਵੈਲਿਊਜ਼ ਆਪਾਂ ਨੂੰ ਡਿਫਰੈਂਟ ਟੈਂਪਰੇਚਰ ਤੇ ਡਿਫਰੈਂਟ ਰੇਟ ਦੀਆਂ ਵੈਲਿਊਜ਼ ਜਿਹੜੀਆਂ ਦਿੱਤੀਆਂ ਗਈਆਂ। ਸੋ ਰੇਟ ਕਾਂਸਟੈਂਟ ਆਪਾਂ ਨੂੰ ਦਿੱਤੇ ਹੋਣਗੇ ਔਰ ਟੈਂਪਰੇਚਰ ਡਿਫਰੈਂਟ ਦਿੱਤਾ ਹੋਏਗਾ। ਬਸ ਇਸ ਇਕੁਏਸ਼ਨ 'ਚ ਆਪਾਂ ਨੇ ਉਹਨੂੰ ਫਿਲ ਕਰਕੇ ਐਕਟੀਵੇਸ਼ਨ એનર્ਜੀ ਕੈਲਕੂਲੇਟ ਕਰਨੀ ਹੁੰਦੀ ਹੈ। ਐਦਾਂ ਦਾ ਕੁਐਸਚਨ ਪੇਪਰ 'ਚ ਆਉਂਦਾ। ਸੋ ਇੱਥੇ ਕੁਐਸਚਨ ਹੈ ਕੈਲਕੂਲੇਟ ਦਾ ਐਕਟੀਵੇਸ਼ਨ એનર્ਜੀ ਫॉर द ਰਿਐਕਸ਼ਨ। ਹੁਣ ਆਪਾਂ ਇੱਥੇ EA ਦੀ ਕੈਲਕੂਲੇਸ਼ਨ ਕਰਨੀ ਹੁੰਦੀ ਹੈ। ਸਾਰੀ ਵੈਲਿਊਜ਼ ਨੂੰ ਆਪਾਂ ਪੁੱਟ ਕਰ ਲੈਣਾ। ਇਹ ਆਪ ਕਰਨਾ ਤੁਸੀਂ, ਇੱਥੇ ਮੈਂ ਹਿੰਟ ਦਊਂਗੀ ਤਾਂ ਕਿ ਤੁਸੀਂ ਇਹਨੂੰ ਖੁਦ ਸੋਲਵ ਕਰਕੇ ਦੇਖ ਸਕੋ। ਮੈਂ ਦੱਸ ਦਿੰਦੀ ਹਾਂ ਕਿ ਕਿੱਦਾਂ ਤੁਸੀਂ ਫਿਲ ਕਰੋਗੇ ਵੈਲਿਊਜ਼। ਲੌਗ ਜਿਹੜਾ K2 ਦੀ ਵੈਲਿਊ ਉਹ ਤੁਸੀਂ ਉੱਪਰ ਲਿਖਣੀ ਹੈ 2.39 10 raised to power -7। K1 ਦੀ ਵੈਲਿਊ ਜਿਹੜੀ ਹੈ ਤੁਹਾਡੇ ਕੋਲ ਨੀਚੇ ਆ ਜਾਏਗੀ 2.15 10 raised to power -8 is equal to ਇੱਥੇ EA ਹੋਏਗਾ ਆਪਣੇ ਕੋਲ ਐਕਟੀਵੇਸ਼ਨ એનર્ਜੀ 2.303 1 over T1 ਟੈਂਪਰੇਚਰ ਜਿਹੜਾ ਹੋਏਗਾ ਤੁਹਾਡੇ ਕੋਲ 650 ਹੈ -1 over 700 ਇਹ ਹੋਏਗਾ T2। ਸੋ ਇੱਥੇ ਕਰਨਾ ਕੁਝ ਨਹੀਂ, ਆਪਾਂ ਨੇ ਆਹ ਵੈਲਿਊ ਸੋਲਵ ਕਰ ਲੈਣੀ ਆ। ਆਹ ਵੈਲਿਊ ਸੋਲਵ ਕਰਕੇ ਆਪਾਂ ਕੀ ਨਿਕਾਲਾਂਗੇ, ਲੌਗ ਨਿਕਾਲਾਂਗੇ। ਜਦੋਂ ਇਹਦਾ ਲੌਗ ਨਿਕਲ ਆਏਗਾ ਉਸ ਤੋਂ ਬਾਅਦ ਆਪਣੇ ਕੋਲ ਵੈਲਿਊ ਆ ਜਾਏਗੀ ਇੱਕ। ਉਸ ਤੋਂ ਬਾਅਦ ਐਕਟੀਵੇਸ਼ਨ એનર્ਜੀ ਕੈਲਕੂਲੇਟ ਕਰਨੀ ਰਹਿ ਜਾਏਗੀ ਆਪਣੇ ਕੋਲ। ਇੱਥੇ ਅਸੀਂ ਐਲਸੀਐਮ ਲੈ ਕੇ ਆਪਾਂ ਟੈਂਪਰੇਚਰ ਜਿਹੜਾ ਹੈਗਾ ਉਹ ਇਹ ਵਾਲੀ ਵੈਲਿਊ ਨੂੰ ਸੋਲਵ ਕਰ ਸਕਦੇ ਹਾਂ ਮੈਥਮੈਟਿਕਲੀ। ਫॉर एग्जांपल ਇੱਥੇ ਤੁਸੀਂ ਐਲਸੀਐਮ ਲੈ ਸਕਦੇ ਹਾਂ 650 ਹੈ ਤੇ 700 ਹੈ, ਇਹਨੂੰ ਅਸੀਂ ਮਲਟੀਪਲਾਈ ਕਰਕੇ ਲੈ ਸਕਦੇ ਹਾਂ 700 -650। ਸੋ ਇਹ ਵੈਲਿਊ ਸੋਲਵ ਹੋ ਕੇ ਤੁਹਾਡੇ ਕੋਲ ਇਹ ਨਿਕਲ ਆਏਗਾ। ਇੱਥੋਂ ਅਸੀਂ ਫਿਰ ਐਕਟੀਵੇਸ਼ਨ એનર્ਜੀ ਦਾ ਆਨਸਰ ਜਿਹੜਾ ਉਹ ਕੈਲਕੂਲੇਟ ਕਰ ਸਕਦੇ ਹਾਂ। ਸੋ ਆਨਸਰ ਮੈਂ ਤੁਹਾਨੂੰ ਦੱਸੂਗੀ ਜਿਹੜਾ ਇਹਦੇ ਵਿੱਚ ਆਂਦਾ 182254 182254 ਆ ਰਿਹਾ। ਇਹ ਜੂਲ ਦੇ ਵਿੱਚ ਆ ਰਹੀ ਹੈ એનર્ਜੀ। ਐਕਟੀਵੇਸ਼ਨ એનર્ਜੀ ਜੂਲ ਪਰ ਮੋਲ, ਪਰ ਜੇ ਅਸੀਂ ਕਿਲੋ ਜੂਲ ਦੇ ਵਿੱਚ ਆਨਸਰ ਦੇਣਾ ਆ ਤਾਂ ਅਸੀਂ ਉਹ ਪੁਆਇੰਟ ਜਿਹੜਾ ਨਾਲ ਲਗਾ ਕੇ ਇਹਨੂੰ 1000 ਦੇ ਨਾਲ ਡਿਵਾਈਡ ਕਰਕੇ ਕਿਲੋ ਜੂਲ ਦੇ ਵਿੱਚ ਵੀ ਆਪਣਾ ਆਨਸਰ ਦੇ ਸਕਦੇ ਹਾਂ। ਸੋ ਕੰਮ ਸਿਰਫ ਜ਼ਿਆਦਾ ਨਹੀਂ ਹੈਗਾ, ਕੰਮ ਇਹੀ ਹੈਗਾ ਕਿ ਆਪਾਂ ਨੂੰ K2 ਤੇ K1 ਦਾ ਲੌਗ ਲੈਣਾ ਪਏਗਾ। ਇਹ ਵੈਲਿਊ ਸੋਲਵ ਕਰਕੇ ਇਹਦਾ ਲੌਗ ਨਿਕਲਦਾ ਆ 1.046 ਆ ਤੁਹਾਡਾ ਲੌਗ ਨਿਕਲ ਕੇ ਆ ਜਾਏਗਾ। ਉਸ ਤੋਂ ਬਾਅਦ ਫਿਰ ਆ ਕੱਢਣੀ ਰਹਿ ਜਾਂਦੀ ਹੈ। ਇਹ ਕੱਢਣ ਦੇ ਲਈ ਆਪਣੇ ਕੋਲ ਆ ਵੈਲਿਊ ਜਿਹੜੀ ਉੱਪਰ ਚਲੀ ਜਾਏਗੀ ਔਰ ਜਿਹੜੀ ਆ ਹੈ ਆਪਣੇ ਕੋਲ ਸੋਲਵ ਕਰਕੇ ਆਏਗੀ, ਇਹਨੂੰ ਵੀ ਤੁਸੀਂ ਇੱਧਰਲੀ ਸਾਈਡ ਲੈ ਜਾਣਾ ਤਾਂ EA ਦੀ ਕੈਲਕੂਲੇਸ਼ਨ ਹੋ ਜਾਏਗੀ। ਸੋ ਇਹ ਹੈ ਰਾਜੇ ਫਸਟ ਨਿਊਮੈਰੀਕਲ, ਠੀਕ ਹੈ। ਹੁਣ ਇਹਦੇ ਨਾਲ ਦਾ ਹੀ ਸੈਕਿੰਡ ਵੀ ਇਦਾਂ ਦਾ ਹੀ ਆ। ਕਈ ਵਾਰੀ ਆਪਾਂ ਨੂੰ log K2/K1 ਇਹ ਦੇ ਦਿੱਤਾ ਜਾਂਦਾ ਕਿ ਇਹ ਵੈਲਿਊ ਸੋਲਵ ਕਰਕੇ ਮਿਲ ਜਾਂਦੀ ਤਾਂ ਆਪਾਂ ਡਾਇਰੈਕਟ ਵੀ ਭਰ ਸਕਦੇ ਹਾਂ। ਫॉर एग्जांपल ਸੈਕਿੰਡ ਨਿਊਮੈਰੀਕਲ ਥੋੜਾ ਹੋਰ ਈਜ਼ੀ ਹੈ ਇਹਦੇ ਨਾਲੋਂ। In general it is observed that the rate of chemical reaction becomes double। ਇੱਥੇ ਸਿੱਧਾ ਦੇਤਾ ਕਿ rate of reaction double ਹੋ ਜਾਂਦਾ for every 10 degree rise in temperature। ਜਦੋਂ ਅਸੀਂ 10 ਡਿਗਰੀ ਟੈਂਪਰੇਚਰ ਜਿਹੜਾ ਆ ਉਹ ਰਾਈਜ਼ ਕਰਦੇ ਆ। if the generalization hold for a reaction temperature, ਦੋ ਟੈਂਪਰੇਚਰ ਆਪਾਂ ਨੂੰ ਮੈਂਸ਼ਨ ਕਰਤੇ 298 ਤੇ 308 ਕੈਲਵਿਨ, ਯਾਨੀ T1 ਜਿਹੜਾ ਹੈਗਾ 298 ਹੈ, ਫਿਰ 10 ਡਿਗਰੀ ਇਨਕਰੀਜ਼ ਕਰਤਾ ਤੇ ਦੂਜਾ ਟੈਂਪਰੇਚਰ ਆਪਣੇ ਕੋਲ ਹੈਗਾ ਆ 308 ਕੈਲਵਿਨ। what would be the value of activation energy ਕੈਲਕੂਲੇਟ ਕਰਨੀ ਹੈ। R ਦੀ ਵੈਲਿਊ ਜਿਹੜੀ ਹੈ ਆਪਣੇ ਕੋਲੋਂ ਆਪਾਂ ਨੂੰ 8.314 ਪਹਿਲੇ ਸਵਾਲ 'ਚ ਵੀ ਭਰਨੀ ਪੈਣੀ ਸੀ ਤੇ ਹੁਣ ਵੀ ਆਪਾਂ ਨੂੰ ਭਰਨੀ ਪੈਣੀ ਆ। ਸੋ ਇੱਥੇ ਆਪਾਂ ਨੂੰ ਨਾ ਕੀ ਦੇ ਦਿੱਤਾ ਆ, ਇੱਥੇ ਆ ਨਵੀਂ ਚੀਜ਼ ਦੇਤੀ ਜਿਹੜੀ ਆਪਾਂ log K2/K1 ਲੈਂਦੇ ਆ। ਉਹ ਸਾਨੂੰ ਇਹ ਦੱਸਦਾ ਕਿ ਰੇਟ ਜਿਹੜਾ ਆ ਡਬਲ ਹੋ ਜਾਂਦਾ। ਮਤਲਬ ਇਹ ਵੈਲਿਊ ਸਾਨੂੰ ਕੱਟੀ ਕਢਾਈ ਮਿਲ ਗਈ ਆ ਕਿ ਇੱਥੇ ਅਸੀਂ ਕਿੰਨੀ ਵੈਲਿਊ ਪੁੱਟ ਕਰ ਸਕਦੇ ਹਾਂ। log K2/K1 ਕਿੰਨਾ ਹੋਏਗਾ, ਯਾਨੀ ਆਹ ਵੈਲਿਊ ਜਿਹੜੀ ਹੋਏਗੀ ਕਿੰਨੀ ਆ ਗਈ ਤੁਹਾਡੇ ਕੋਲ 2 ਆਏਗੀ, ਯਾਨੀ ਕਿ ਇੱਥੇ ਅਸੀਂ log 2 ਪੁੱਟ ਕਰ ਸਕਦੇ ਹਾਂ। ਸੋ ਸਵਾਲ ਤੁਹਾਡਾ ਇੱਥੇ ਈਜ਼ੀ ਹੋ ਜਾਏਗਾ। log 2 ਇੱਥੇ ਪੁੱਟ ਹੋ ਜਾਏਗਾ ਤੁਹਾਡਾ EA/2.303 ਆ ਗਿਆ ਆਪਣੇ ਕੋਲ।
ਇੱਥੇ ਆਰ ਵੀ ਨਾਲ ਭਰਨੀ, ਬੇਸ਼ੱਕ ਦੀ ਆਰ ਜਿਹੜੀ ਹੈ ਨਾ ਆਪਾਂ ਇੱਥੇ ਮਲਟੀਪਲਾਈ ਕਰਕੇ 8.314 ਭਰ ਹੀ ਸਕਦੇ ਹਾਂ। ਉਸ ਤੋਂ ਬਾਅਦ ਟੈਂਪਰੇਚਰ ਭਰਨਾ ਰਹਿ ਗਿਆ। T1 ਜਿਹੜਾ ਹੈਗਾ 298 ਹੈ -1/308। ਸੋ ਆ ਉਸ ਤੋਂ ਵੀ ਜ਼ਿਆਦਾ ਈਜ਼ੀ ਹੋ ਜਾਏਗਾ, ਕਿਉਂਕਿ log 2 ਦੀ ਵੈਲਿਊ ਤਾਂ ਜਵਾਨੀ ਵੀ ਪਤਾ ਹੁੰਦੀ ਹੈ ਵੀ 0.3010 ਹੁੰਦੀ ਹੈ, ਉਹ ਡਾਇਰੈਕਟ ਭਰ ਹੋ ਜਾਂਦੀ ਹੈ ਤੇ ਕੱਢਣਾ ਵੀ ਨਹੀਂ ਪਏਗਾ। ਸੋ ਇਸ ਤਰ੍ਹਾਂ ਦਾ ਅਗਰ ਕੁਐਸਚਨ ਆ ਜਾਂਦਾ ਫਿਰ ਕੈਲਕੂਲੇਸ਼ਨ ਹੋਰ ਜ਼ਿਆਦਾ ਈਜ਼ੀ ਹੋ ਜਾਂਦੀ ਹੈ। ਇੱਧਰੋਂ ਤੁਸੀਂ ਆ ਸਾਰੀ ਵੈਲਿਊ ਜੇ ਕੈਲਕੂਲੇਟ ਕਰ ਲੈਣੀ ਹੈ, ਫਿਰ ਤੁਸੀਂ ਇਕੱਲੀ EA ਜਿਹੜੀ ਹੈ ਫਾਈਂਡ ਆਊਟ ਕਰ ਲੈਣੀ ਹੈ। ਇਹਦੀ ਵੈਲਿਊ ਆਪਣੇ ਕੋਲ 0.3010 log 2 ਨਿਕਲਦਾ ਆ, ਇਹ ਤੁਸੀਂ ਇੱਦਾਂ ਹੀ ਪੁੱਟ ਕਰ ਲਓਗੇ, ਠੀਕ ਹੈ। ਬਾਕੀ ਤੁਸੀਂ ਇੱਥੇ ਐਲਸੀਐਮ ਲੈ ਕੇ ਜਿੱਦਾਂ ਪਹਿਲਾਂ ਸੋਲਵ ਕੀਤਾ ਇਹਨੂੰ ਸੋਲਵ ਕਰ ਲਓ। 298 ਕੈਲਕੂਲੇਟਰ ਨਾਲ ਤੁਸੀਂ ਇਹਦਾ ਸੋਲੂਸ਼ਨ ਕੱਢ ਸਕਦੇ ਆ -298, ਤਾਂ ਇਹ ਸੋਲਵ ਕਰਕੇ ਤੁਹਾਡੇ ਕੋਲ ਵੈਲਿਊ ਆ ਜਾਏਗੀ। ਫਿਰ ਉਹਦੇ ਵਿੱਚੋਂ ਤੁਸੀਂ ਜਿਹੜੀ ਆ ਬਾਕੀ ਸਾਰੀਆਂ ਵੈਲਿਊਜ਼ ਤੁਹਾਡੇ ਕੋਲ ਆ, ਸਿਰਫ ਐਕਟੀਵੇਸ਼ਨ એનર્ਜੀ ਕੱਢਣੀ ਰਹਿ ਗਈ, ਉਹ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਇਸ ਟਾਈਪ ਦਾ ਨਿਊਮੈਰੀਕਲ ਵੀ ਪੇਪਰ 'ਚ ਤੁਹਾਨੂੰ ਆ ਸਕਦਾ। ਜੇ ਕੋਈ ਕਨਫਿਊਜ਼ਨ ਹੋਈ ਤਾਂ ਮੈਨੂੰ ਦੱਸ ਦਿਓ, ਕਨਫਿਊਜ਼ਨ ਹੋਣੀ ਨਹੀਂ ਚਾਹੀਦੀ। ਉਹਦਾ ਆ ਵੈਲਿਊ ਜਿਹੜਾ ਸੋਲਵ ਕਰਕੇ ਆਨਸਰ ਆਉਂਦਾ ਤੁਹਾਡੇ ਕੋਲ ਆ ਤਾਂ ਮਾਈਨਸ ਕਰਕੇ 10 ਆ ਜਾਣਾ, ਬਟ ਇਹ ਰਕਮ ਆ ਜਾਣੀ। ਜੇ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦੀ ਆ कि लिखना किदा तुसी आ मैं log 2 लिख लिया, ठीक है, इज इक्वल टू EA ओवर 2.303 मल्टीप्लाई तुसी 3 8 ये सारा ਤੁਹਾਨੂੰ कैलकुलेटर ਨਾਲ सॉल्व करना पैना। ਇੱਥੇ एलसीएम लेके ऊपर 10 आ जाएगा माइनस करके, नीचे 298 गुणा 308। ਹੁਣ ਜਦੋਂ ਤੁਸੀਂ ਆ ਚੀਜ਼ ਕੱਢਣੀ ਹੁੰਦੀ ਹੈ ਜਿਹੜੀ ਇਹਦੇ ਨਾਲ ਵਾਲੀ ਚੀਜ਼ ਹੁੰਦੀ ਉਹ ਨੀਚੇ ਚਲੀ ਜਾਂਦੀ ਹੈ, ਬਾਕੀ ਸਾਰੀ ਨੇ ਨਾ ਉੱਪਰ ਚਲੇ ਜਾਣਾ ਹੁੰਦਾ। ਮਤਲਬ ਆ ਜਿਹੜੀ ਵੈਲਿਊ ਹੈ 0.3010 ਇਹਦੇ ਨਾਲ ਸਾਰੀ ਵੈਲਿਊ ਉੱਪਰ ਆ ਜਾਣੀ ਤੁਹਾਡੇ ਕੋਲ। 8.314 भी आ गया, 298 भी आ गया। कैलकुलेशन थोड़ी लंबी हैगी आ, डिवाइडेड थोड़े को 10 नाल ही होना सिर्फ, ठीक है। ये थोड़ी की निकलूगी एक्टिवेशन एनर्जी। सो ये आंसर तुसी जेड़ा मैच करना, कढ़ के देखना, फिर मैं सेंड करूँगी, मिलाइयो कि तुसी ठीक निकाल लिया या नहीं। और जेड़ा आंसर थोड़े कोल आना ना कैलकुलेटर, वो जूल च आना, तो तुसी किलो जूल च कन्वर्ट करके आंसर देना, यानी जो आंसर आएगा उन्होंने तुसी 1000 दे नाल डिवाइड करके आंसर पेश करना। सो ਇਹਦਾ ਆਨਸਰ ਜਿੱਦਾਂ 52898 ਆਉਂਦਾ ਆ, 52898, ਫਿਰ ਇਹਨੂੰ ਤੁਸੀਂ 1000 ਨਾਲ ਡਿਵਾਈਡ ਕਰ ਦੇਣਾ, 3 ਤੋਂ ਬਾਅਦ ਤੁਸੀਂ ਪੁਆਇੰਟ ਲਾ ਦੇਣਾ। ਆ ਆਨਸਰ ਤੁਹਾਡਾ ਜਿਹੜਾ ਆਏਗਾ ਇਹ ਕਿਲੋ ਜੂਲ ਪਰ ਮੋਲ ਚ ਆਏਗਾ, ਔਰ ਆਨਸਰ ਤੁਹਾਨੂੰ ਕਿਲੋ ਜੂਲ ਚ ਹੀ ਮਿਲੇਗਾ। ਸੋ ਐਂਡ ਦੇ ਵਿੱਚ ਤੁਸੀਂ ਇਹਨੂੰ ਡਿਵਾਈਡ ਕਰਕੇ ਕਨਵਰਟ ਕਰ ਸਕਦੇ ਆ। ਹੈ ਤਾਂ ਸਿੰਪਲ ਹੀ ਆ, ਬਸ ਕੈਲਕੂਲੇਸ਼ਨ ਕਰਨੀ ਹੈ। ਐਸੇ ਤਰੀਕੇ ਦਾ ਮੈਂ 3-4 ਨਿਊਮੈਰੀਕਲ ਤੁਹਾਨੂੰ ਇਹਦੇ ਵਾਲੇ ਭੇਜੂੰਗੀ ਤਾਂ ਕਿ ਤੁਸੀਂ ਇਹਦੀ ਪ੍ਰੈਕਟਿਸ ਜਿਹੜੀ ਆ ਕਰ ਲਓ, ਔਰ ਸਾਰੇ ਬੱਚੇ ਕੰਮ ਕਰ ਲਿਆ ਕਰੋ, ਕਿਉਂਕਿ ਹੁਣ ਜੇ ਤੁਸੀਂ ਨਹੀਂ ਕਰੋਗੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਬਹੁਤ ਪਰੇਸ਼ਾਨੀ ਆਏਗੀ ਔਰ ਸਮਝ ਕੁਝ ਵੀ ਨਹੀਂ ਆਣਾ। ਥਰਡ ਨਿਊਮੈਰੀਕਲ ਹੈਗਾ ਦ ਰੇਟ ਕਾਂਸਟੈਂਟ ਫॉर ਫਸਟ ਆਰਡਰ ਰਿਐਕਸ਼ਨ ਬਿਕਮ 6 ਟਾਈਮਸ। ਹੁਣ ਰੇਟ ਜਦੋਂ 6 ਟਾਈਮਸ ਦੇਤਾ ਤਾਂ ਸਮਝ ਲਓ log K2/K1 ਦੀ ਵੈਲਿਊ 6 ਆ ਗਈ ਆ, ਉਹ ਕੱਢੀ ਕਢਾਈ ਮਿਲ ਗਈ, ਆਪਾਂ ਨੂੰ ਡਿਵਾਈਡ ਨਹੀਂ ਕਰਨਾ ਪਿਆ। ਸੋ ਰੇਟ ਜਿਹੜਾ ਹੈਗਾ 6 ਟਾਈਮ ਬਣ ਜਾਂਦਾ ਜਦੋਂ ਅਸੀਂ ਟੈਂਪਰੇਚਰ 350 ਤੋਂ 400 ਕੈਲਵਿਨ ਰੇਜ਼ ਕਰਦੇ ਹਾਂ। ਇੱਥੇ ਫਿਰ ਐਕਟੀਵੇਸ਼ਨ એનર્ਜੀ ਕੱਢਣੀ ਆ। ਸੋ ਇਦਾਂ ਕਰਦੇ ਕਰਦੇ ਤੁਹਾਨੂੰ ਸਾਰੇ ਯਾਦ ਵੀ ਹੋ ਜਾਣਗੇ ਕਿ ਅਸੀਂ ਕਿੱਦਾਂ ਕਰ ਰਹੇ ਹਾਂ। log 6 ਟਾਈਮਸ ਬਣ ਗਿਆ ਇਜ਼ ਇਕੁਅਲ ਟੂ EA ਓਵਰ 2.303, R ਦੀ ਵੈਲਿਊ 8.314 ਤੁਹਾਨੂੰ ਦਿੱਤੀ ਵੀ ਹੋਗੀ, ਅਗਰ ਨਹੀਂ ਦਿੱਤੀ ਹੋਗੀ ਤਾਂ ਤੁਸੀਂ ਖੁਦ ਭਰ ਲਓਗੇ। डिवाइडेड बाय टेम्परेचर T1 ਜਿਹੜਾ 350 बोलिया मैंने, और T2 मैंने बोलिया पहला T1 लिखना है, फिर T2 लिखना है 400। सो आ वैल्यूज तुसी सॉल्व करोगे, इत्थे फिर उसी तरह एलसीएम लैके इहनूं सॉल्व कर लेना, फिर उस तो बाद log 6 की वैल्यू कढ लेनी है, उस तो बाद फिर एक्टिवेशन एनर्जी तुसी इजीली कैलकुलेट कर सकते हैं। सो प्रॉब्लम कोई नहीं आएगी। जे कहूँ मैं इत्थे फिर भी दस दिंदी हां तुहानूं log 6 कितना निकलदा, ए तुसी कढ के देख लियो, log 6 0.7782 निकलदा है, 7782। बाकी वैल्यूज अपने को है आ तो फिर कैलकुलेशन ही करनी पैनी, आपको इन्नी वड्डी गुना ही करनी पैनी आ। और इत्थों तुसी उसी तरीके सॉल्व कर सकते हैं कि एलसीएम लैके 350 गुणा 400 नीचे लिख लो, 400 माइनस 350 यानी ऊपर 50 आ जाएगा, नीचे ये वैल्यू आ जाएगी। फिर तो फिर आप ईए की वैल्यू ईजीली जी है तुसी कैलकुलेशन च कर सकते हैं। सो ईए आ गई 2.303 आ गया, 8.314 आ गया, एनू तुसी माइनस करोगे 50 ऊपर आ जाएगा, 350 गुणा 400 नीचे आ जाएगा, इतों ईए कढ़नी है। सो ईए दी नाल वाली चीज़ जी होएगी ना वो डिवाइड हो जाती है, बाकी चीज़ जो ऊपर जाके मल्टीप्लाई हो जाती है। 0.7782, 2.303, 8.314, 350, 400 ऊपर डिवाइडेड बाय 50। सो आ सवाल तुहाडा इदां निकल जाएगा, ठीक है राजे। इहदा आंसर तुहाडे कोल जिन्ना आना 41721, 41721, पर ये जूल पर मोल च आएगी, तुसीं इहनूं 1000 नाल डिवाइड करके किलो जूल च आंसर कैलकुलेट कर सकते हैं।
सो सिंपल है, आम वैल्यू अपन कड़ी कटाई मिल जानी है, तो उस तो बाद डायरैक्ट लॉग कढ़ना ईजी हो जाएगा और आप इनू कैलकुलेट कर सकते हैं। एक होर इहदे नाल दा कर लियो, 4 न्यूमेरिकल तुसीं प्रैक्टिस लई कर लोगे तो तुहानूं ये वाला फार्मूला भी सॉल्व करना आ जाएगा। सो इहदा पता नहीं हैगा सिलेबस का, क्योंकि एंड दे विच स्कूल खुल जाते हैं तो फिर ओवरऑल सिलेबस हो जाना तुहाडा, फिर रिड्यूस नहीं होएगा। ठीक है, उस वक्त फिर दोबारा करना तुहानूं डिफिकल्ट लगेगा। हुण तुसीं नाल दी नाल चैप्टर कंप्लीट ही कर लो, ताकि हर टॉपिक जिहड़ा ना तुहाडा मतलब रह ना जाए कोई टॉपिक। अगला बिल्कुल सेम है राजे, हुणे आप कर लियो, मैं तुहानूं स्टेटमेंट पढ़दी तुहानूं आपे पता लग जाना। द रेट ऑफ रिएक्शन ट्रिपल्स, इत्थे ट्रिपल बन गया तो इत्थे लॉग K2 बटे K1 की वैल्यू कितनी भर हो जानी 3, बस लॉग 3 भर के बाकी तुसीं इक्वेशन उही रहन देनी आ, इहनूं असीं कोई चेंज नहीं करना। 8.314 1 बटे T1, टैंपरेचर 2 तुहानूं दित्ते ही दित्ते होने आ, एक हैगा आ 50 डिग्री सैल्सीयस, एक हैगा 100 डिग्री। हुण जे डिग्रियां च होया तो कैलविन च जरूर बदल लियो, 100 डिग्री सैल्सीयस। ठीक है, 273 तुसीं प्लस कर लियो, एक 373 बन जूगा, एक 300 तुहाडे कोल 23 बन जाना, आ बन जाना। तुसीं 273 प्लस करोगे तो 373 बन जाना तुहाडे कोल। इहदे विच तुसीं 273 प्लस करोगे तो बन गया तुहाडे कोल 323। ठीक है जी, हुण इत्थे 1 बटे T1 भर के माइनस 1 बटे T2, बाकी जिद्दां आपां सॉल्व करदे करके तुसीं EA दी कैलकुलेशन कर सकदे आ। सो ये 4 न्यूमेरिकल्स मैं तुहानूं भेजूंगी, इन्ने को तुसीं कर लियो, ज़्यादा नहीं मैं दित्ते डिफिकल्ट जिहड़े हैगे, क्योंकि सिंपल फार्मूला यूज करने आपां नूं आना चाहिए। ओके जी, हुण इस तो बाद नैक्सट टॉपिक अपने को लास्ट रह गया, जिहदे नाल लैसन जिहड़ा साडा खत्म हो जाएगा। वो एक जरनल जिहा टॉपिक आ, तुहानूं पढ़ के आ जाना, उहदे विच ज़्यादा तुहानूं समझना नहीं पेगा, ऑलरेडी आपां कितनी बारी कर चुके हैं। कंसैप्ट ऑफ एक्टिवेशन एनर्जी एंड ट्रांजिशन थ्योरी। एक्टिवेशन एनर्जी की गल हुण असीं कर ही रहे हां, हुण आपां मैथमेटिकली एक्टिवेशन एनर्जी कैलकुलेट भी कीती है। हुण थोड़ा जिहा इहनूं समझना है कि की हुंदी है। एक्टिवेशन एनर्जी जिहड़ी है ना, किसी चीज़ नूं एक्टिवेट करन लई तुसीं उहनूं एनर्जी दे रहे हो, जिद्दां वर्ड शो कर रहा है, इट इज़ एक्टिवेशन एनर्जी। एक्टिवेशन एनर्जी देवांगे किहनूं, रिएक्शन किहने करना, रिएक्टेंट्स ने। हुण रिएक्टेंट कोल अपने कोल भी कुछ ना कुछ एनर्जी तो होएगी ना, खाली नहीं हुंदे, कुछ ना कुछ एनर्जी हुंदी है, लेकिन हो सकदा वो उन्नी ना होवे जिन्नी उन्हां नूं रिएक्शन करन लई चाहीदी है। कल मैं दस्सिया सी कि एक मिनिमम अमाउंट ऑफ एनर्जी हुंदी है जिहड़ी किसी भी रिएक्टेंट दे नूं प्रोडक्ट च बदलण लई चाहीदी है। एक बैरीयर हुंदा आ जिहनूं रिएक्टेंट नूं क्रॉस करना पैंदा। फॉर एग्जाम्पल मैं कल ग्राफ दे विच भी तुहानूं दस्सिया सी कि मान लो कोई रिएक्शन इस तरह हैगा तो इहनूं तुसीं समझ लो कि बैरीयर है। मान लो आ साडे रिएक्टेंट आ साडे प्रोडक्ट हैगे आ बैरीयर जिहड़ा हर रिएक्टेंट नूं पार करना पएगा, आ वाला। ठीक है, जिहड़ा पार करूगा उही प्रोडक्ट दे विच बदलूगा। सो आ रिएक्टेंट कोल अपनी एनर्जी हुंदी है जिहड़ी वो पहलां लैके बैठा हुंदा, ये अपने कोल उहदे कोल जमा हुंदी है। इहनूं तुसीं रिएक्टेंट नूं HR एनर्जी दे रूप च लिख सकदे आ, लेकिन चाहीदी किन्नी है रजे, इन्नी। आ जिहड़ी बैरीयर दी एनर्जी है ना, इहदा नाम याद रखना तुसीं, थ्रैशहोल्ड एनर्जी, मिनिमम अमाउंट ऑफ एनर्जी विच इज रिक्वायर्ड फॉर द रिएक्टेंट्स टू कन्वर्ट इनटू प्रोडक्ट्स। सो ये थ्रैशहोल्ड एनर्जी होनी जरूरी। हुण रिएक्टेंट कोल थ्रैशहोल्ड जिन्नी नहीं हैगी, फिर सानू की करना पेगा, एनर्जी देनी पेगी। वो जिहड़ी तुसीं एनर्जी दोगे दैट इज नोन एज एक्टिवेशन एनर्जी। क्लीयर होया? वो किहदे बराबर होएगी भी जिन्नी तुहानूं थ्रैशहोल्ड चाहीदी है रजे, थ्रैशहोल्ड जिन्नी आपां नूं चाहीदी है ਉਹਦੇ ਵਿੱਚੋਂ माइनस जिन्नी रिएक्टेंट्स ਦੀ एनर्जी अपनी हैगी आ ਉਹ ਘਟਾ ਲਓ, जिन्नी बची ਉਹ ਤੁਹਾਨੂੰ ਦੇਣੀ ਪਏਗੀ, दैट इज नोन एज एक्टिवेशन एनर्जी। सो एक्टिवेशन एनर्जी ਉਹ ਵਾਧੂ एनर्जी ਨੂੰ ਕਿਹਾ ਜਾਊਗਾ ਜਿਹੜੀ ਕਿ ਰਿਐਕਟੈਂਟਸ ਦੀ ਆਪਣੀ एनर्जी ਤੋਂ ਬਾਅਦ ਤੁਸੀਂ ਉਹਨੂੰ ਦੋਗੇ ਤਾਂ ਕਿ ਉਹਦੀ એનર્ਜੀ ਥ੍ਰੈਸ਼ਹੋਲਡ ਦੇ ਬਰਾਬਰ ਹੋ ਜੇ और इस बैरियर ਨੂੰ ਰਿਐਕਟੈਂਟ क्रॉस करके प्रोडक्ट ਚ ਕਨਵਰਟ ਕਰ ਸਕੇ। सो दिस इज एक्टिवेशन एनर्जी ਜਿਹਦੀ ਕੈਲਕੂਲੇਸ਼ਨ ਅਰਹੈਨੀਅਸ ਨੇ ਆਪਾਂ ਨੂੰ ਦਿੱਤੀ ਹੈ। ਹੁਣ एक्टिवेशन एनर्जी अगर किसी रिएक्शन की लो होंगी, एक नंबर च भी पूछा जाता, सपोज किसी रिएक्शन की एक्टिवेशन एनर्जी लो आ, इसका मतलब तुहानूं उहनूं एनर्जी थोड़ी देनी पै रही है, तो इट मीनस रिएक्टेंट कोल अपनी एनर्जी बहुत हैगी आ, थोड़ी बहुत घटती है जिहड़ी असीं सप्लाई कीती है, तो उस रिएक्शन का रेट की होएगा रजे, फास्ट चलेगा, क्योंकि वो रिएक्टेंट्स कोल खुद को एनर्जी अवेलेबल होएगी। लेकिन जे किसी केस च आपां नूं एक्टिवेशन एनर्जी हाई देनी पै रही है, तुहानूं एक्टिवेशन एनर्जी काफ़ी हाई दी है, मतलब रिएक्टेंट को अपनी एनर्जी बहुत थोड़ी हैगी आ और उन्होंने बहुत ज़्यादा सानू देनी पै रही है, तो वो रिएक्शन का रेट की रहेगा, स्लो रहेगा। सो ये ध्यान च रखना भी एक्टिवेशन एनर्जी के बेस से सानू स्लो तो फास्ट रिएक्शन का पता भी लगेगा। अगर एक्टिवेशन एनर्जी ज़्यादा देनी पै रही है, रिएक्शन का रेट स्लो रहेगा, अगर असीं घट दे के करा रहे हैं रिएक्शन तो फास्ट चलेगा। सो ये भी आपां नूं नॉलेज होनी चाहिए है। फिर आपां नूं ये भी पता होना चाहिए कि रिएक्शन होंदा किद्दां, मैं तुहानूं इत्थे दस दिंदी हां। रिएक्शन यही होंदा भी रिएक्टेंट्स कोल कुछ एनर्जी होंदी है
ਉਹਨਾਂ ਨੂੰ ਇਹ ਬੈਰੀਅਰ ਕ੍ਰਾਸ ਕਰਨਾ ਪੈਂਦਾ, ਉਸ ਬੈਰੀਅਰ ਦੀ એનર્ਜੀ ਥ੍ਰੈਸ਼ਹੋਲਡ ਹੁੰਦੀ ਹੈ। ਆ ਅਸੀਂ ਜਿਹੜੀ ਆ ਪ੍ਰੋਡਕਟਸ ਬਣਾਉਂਦੇ ਆ, ਇਹ ਵਾਲੀ એનર્ਜੀ ਜਿਹੜੀ ਹੋਏਗੀ ਨਾ, ਜਿਹੜੀ ਨੀਚੇ ਨਜ਼ਰ ਆ ਰਹੀ ਤੁਹਾਨੂੰ ਆ ਵਾਲੀ, ਆ ਲਾਈਨ ਕਿਹਦੀ એનર્ਜੀ ਸ਼ੋ ਕਰ ਰਹੀ ਹੈ, HP, ਇਹ ਪ੍ਰੋਡਕਟਸ ਦੀ એનર્ਜੀ ਹੁੰਦੀ ਹੈ। ਜਿਹੜੀ ਫਿਰ ਆ ਚੀਜ਼ ਸ਼ੋ ਹੋ ਰਹੀ ਹੈ ਆਪਾਂ ਨੂੰ ਦੇਣੀ ਪਊਗੀ ਰਾਜੇ, ਇਹ ਰਿਐਕਟੈਂਟ ਨੂੰ ਦੇਣੀ ਪਊਗੀ ਥ੍ਰੈਸ਼ਹੋਲਡ ਦੇ ਬਰਾਬਰ ਲਈ, ਇਹ ਐਕਟੀਵੇਸ਼ਨ એનર્ਜੀ ਹੋਏਗੀ ਰਿਐਕਟੈਂਟਸ ਦੀ, ਜਿਹੜੀ ਫਿਰ ਆਪਾਂ ਨੂੰ ਆਹ એનર્ਜੀ ਸ਼ੋ ਹੋ ਰਹੀ ਹੈ। ਮੰਨ ਲਓ ਰਿਐਕਸ਼ਨ ਜਿਹੜਾ ਹੈਗਾ, ਇਹ ਐਕਟੀਵੇਸ਼ਨ એનર્ਜੀ ਪ੍ਰੋਡਕਟਸ ਦੀ ਹੋਏਗੀ, EA ਪ੍ਰੋਡਕਟਸ, ਇਹ EA ਹੋਏਗੀ ਰਿਐਕਟੈਂਟਸ ਦੀ। ਕਲੀਅਰ ਕਰਕੇ ਮੈਂ ਦੁਬਾਰਾ ਤੁਹਾਨੂੰ ਡਾਇਗਰਾਮ ਤੋਂ ਇੱਕ ਵਾਰੀ ਦੁਬਾਰਾ ਸ਼ੋ ਕਰ ਦਿੰਦੀ ਆ ਕਿ ਸਾਰੀਆਂ એનર્ਜੀਜ਼ ਤੁਹਾਨੂੰ ਪਤਾ ਲੱਗ ਜਾਣੀ। ਇਹਦਾ ਵੀ ਨਿਊਮੈਰੀਕਲ ਆ ਜਾਂਦਾ ਕੱਢਣਾ, 1 ਨੰਬਰ ਦਾ 2 ਨੰਬਰ ਦਾ, ਗ੍ਰਾਫ ਤੋਂ ਕੱਢੋ। ਮੈਂ ਗ੍ਰਾਫ ਇਸ ਤਰ੍ਹਾਂ ਡਰਾ ਕੀਤਾ, ਇੱਕ ਸਾਈਡ ਤੇ ਆਪਾਂ ਨੇ ਕੀ ਕਰ ਲਿਆ, એનર્ਜੀ ਲੈ ਲਈ, ਦੂਜੇ ਪਾਸੇ ਆਪਾਂ ਰਿਐਕਸ਼ਨ ਲੈ ਲਿਆ, ਠੀਕ ਹੈ ਜੀ। ਮੰਨ ਲਓ ਆ ਰਿਐਕਟੈਂਟਸ ਦੀ એનર્ਜੀ ਆ ਔਰ ਆ ਆਪਾਂ ਬੈਰੀਅਰ ਕ੍ਰਾਸ ਕੀਤਾ, ਆ ਪ੍ਰੋਡਕਟਸ ਦੀ એનર્ਜੀ ਆ, ਦੋਨੋਂ ਨੂੰ ਮੈਂ ਡਿਫਰੈਂਟ ਲਿਆ ਆ ਤਾਂ ਕਿ ਆਪਾਂ ਨੂੰ ਕਲੀਅਰ ਹੋ ਜੇ। ਇਹ ਗ੍ਰਾਫ ਵੈਸੇ ਐਕਸੋਥਰਮਿਕ ਰਿਐਕਸ਼ਨ 'ਚ ਬਣਦਾ, ਤੁਹਾਨੂੰ 2 ਗ੍ਰਾਫ ਯਾਦ ਰੱਖਣੇ ਪੈਣਗੇ, ਐਕਸੋਥਰਮਿਕ ਰਿਐਕਸ਼ਨ 'ਚ ਕਿੱਦਾਂ ਰਿਐਕਸ਼ਨ ਚੱਲਦਾ ਤੇ ਐਂਡੋਥਰਮਿਕ 'ਚ ਕਿੱਦਾਂ ਚੱਲਦਾ। ਉੱਦਾਂ ਰਿਐਕਸ਼ਨ ਰਿਵਰਸੀਬਲ ਹੁੰਦੇ ਆ, ਆਪਾਂ ਦੋਨੋਂ ਪਾਸੇ ਦਾ ਜਿਹੜੀ ਐਕਟੀਵੇਸ਼ਨ એનર્ਜੀ ਕੈਲਕੂਲੇਟ ਕਰ ਸਕਦੇ ਹਾਂ। ਹੁਣ ਮੰਨ ਲਓ ਆ ਜਿਹੜੀ એનર્ਜੀ ਹੈ, ਇਹਨਾਂ ਨੂੰ ਨਾਮ ਦਿਓ, ਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਦੀ ਜਿਹੜੀ એનર્ਜੀ ਹੈ ਰਿਐਕਟੈਂਟ ਕੋਲ ਖੁਦ ਕੋਲ ਹੈਗੀ ਆ, ਜਿਹਨੂੰ ਅਸੀਂ HR ਕਹਿੰਦੇ ਆ। ਆ એનર્ਜੀ ਜਿਹੜੀ ਹੋਏਗੀ ਇਹ ਪ੍ਰੋਡਕਟਸ ਕੋਲ ਖੁਦ ਕੋਲ ਹੋਏਗੀ, ਜਿਹਨੂੰ ਅਸੀਂ HP ਕਹਿੰਦੇ ਆ। ਤੇ ਜੇ ਤੁਸੀਂ ਡੈਲਟਾ H ਕੈਲਕੂਲੇਟ ਕਰਨਾ ਚਾਹੁੰਦੇ ਆ ਤਾਂ ਆਪਾਂ HP HR ਦੇ ਫਾਰਮੂਲੇ ਤੋਂ ਉਹ ਵੀ ਕੈਲਕੂਲੇਟ ਕਰ ਸਕਦੇ ਆ। ਇੱਥੋਂ ਆਪਾਂ ਇੱਥੇ ਗ੍ਰਾਫ ਦੇ ਰਾਹੀਂ ਇੱਥੇ ਲਾਈਨ ਲਗਾ ਲਾਂਗੇ, ਇਹਦੀ ਵੀ એનર્ਜੀ ਪਤਾ ਲੱਗ ਜੂਗੀ ਤੇ ਇਹਦੀ ਵੀ ਪਤਾ ਲੱਗ ਜੂਗੀ, ਫਿਰ ਆਪਾਂ ਇਹਨਾਂ ਦਾ ਡਿਫਰੈਂਸ ਕੈਲਕੂਲੇਟ ਕਰ ਸਕਦੇ ਆ। ਇੱਕ ਤਾਂ ਇਹ ਚੀਜ਼ ਹੋ ਗਈ। ਦੂਜੀ ਗੱਲ ਇਹ ਹੋਈ ਵੀ ਆ ਜਿਹੜਾ ਹੈਗਾ ਰਿਐਕਟੈਂਟਸ ਨੂੰ ਇੰਨੀ એનર્ਜੀ ਆਪਾਂ ਨੂੰ ਐਕਸਟਰਾ ਦੇਣੀ ਪਏਗੀ, ਕਿਉਂਕਿ ਇਹ એનર્ਜੀ ਕਿਹੜੀ ਹੈ, ਥ੍ਰੈਸ਼ਹੋਲਡ। ਇਹ ਤੋਂ ਘੱਟ એનર્ਜੀ ਵਾਲਾ ਰਿਐਕਟੈਂਟ ਜਿਹੜਾ ਪ੍ਰੋਡਕਟ ਨਹੀਂ ਬਣਾ ਪਾ ਰਿਹਾ ਹੈਗਾ, ਤਾਂ ਇੰਨੀ એનર્ਜੀ ਸਾਨੂੰ ਜਿਹੜੀ ਦੇਣੀ ਪੈ ਰਹੀ ਹੈ, ਇਟ ਇਜ਼ ਨੋਨ ਐਜ਼ ਐਕਟੀਵੇਸ਼ਨ એનર્ਜੀ। ਇਹ ਫਾਰਵਰਡ ਰਿਐਕਸ਼ਨ ਹੈ, ਜੇ ਅਸੀਂ ਮੋਰ ਨੂੰ ਜਾਣਾ ਨਾ ਤਾਂ ਇੰਨੀ એનર્ਜੀ ਦੇ ਕੇ ਜਾਵਾਂਗੇ, ਔਰ ਇਹ ਹੋਗੀ ਆਪਣੇ ਕੋਲ ਇਹਦੀ ਐਕਟੀਵੇਸ਼ਨ એનર્ਜੀ। ਜੇ ਅਸੀਂ ਬੈਕਵਰਡ ਰਿਐਕਸ਼ਨ ਦੇਖਣਾ, ਕਿਉਂਕਿ ਬੈਕਵਰਡ ਵੀ ਰਿਐਕਸ਼ਨ ਹੋਣਗੇ, ਫਾਰਵਰਡ ਵੀ ਬੈਕਵਰਡ, ਤਾਂ ਬੈਕਵਰਡ ਜਿਹੜੀ ਐਕਟੀਵੇਸ਼ਨ એનર્ਜੀ ਆਪਾਂ ਨੂੰ ਦੇਣੀ ਪਏਗੀ ਇਹ ਬੈਕਵਰਡ ਦੇਣੀ ਪਏਗੀ। ਬੈਕਵਰਡ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਪ੍ਰੋਡਕਟਸ ਤੋਂ ਰਿਐਕਟੈਂਟ ਬਣਾਉਣਾ ਚਾਹੁੰਦੇ ਆ, ਫਿਰ ਆ ਤੁਹਾਡੀ એનર્ਜੀ ਬੈਕਵਰਡ ਸ਼ੋ ਹੋ ਰਹੀ ਆ, ਆ ਜਿਹੜੀ ਹੋਗੀ ਫਾਰਵਰਡ ਸ਼ੋ ਹੋਏਗੀ। ਉਦੋਂ ਰਿਐਕਸ਼ਨ ਉਲਟਾ ਲਾਂਗੇ ਆਪਾਂ ਕਿ ਆ ਵਾਲੇ ਨੂੰ ਆਪਾਂ ਫਾਰਵਰਡ ਮੰਨ ਲਾਂਗੇ, ਆ ਵਾਲੇ ਨੂੰ ਬੈਕਵਰਡ। ਇਹ ਆਪਾਂ ਫਾਰਵਰਡ ਲੀਡ ਕੀਤਾ ਆ। ਜਦੋਂ ਅਸੀਂ ਆ ਰਿਐਕਸ਼ਨ ਐਕਸੋਥਰਮਿਕ ਮੋਰ ਨੂੰ ਲੈ ਕੇ ਜਾਣਾ, ਫਿਰ ਇੰਨੀ એનર્ਜੀ ਫਾਰਵਰਡ ਆ, ਇੰਨੀ ਤੁਹਾਨੂੰ ਜਿਹੜੀ ਆ ਉਹ ਅਗਰ ਤੁਸੀਂ ਬੈਕ ਆਉਣਾ ਚਾਹੁੰਦੇ ਆ ਤਾਂ ਤੁਹਾਨੂੰ ਬੈਕਵਰਡ ਦੇਣੀ ਪਏਗੀ। ਸੋ ਰਿਐਕਸ਼ਨ ਦੋਨੋਂ ਤਰਫ ਜਾ ਸਕਦਾ, ਕਹਿਣ ਦਾ ਮਤਲਬ ਐਕਸੋਥਰਮਿਕ ਜਿਹੜਾ ਜਾਂ ਐਂਡੋਥਰਮਿਕ ਰਿਐਕਸ਼ਨ ਰਿਵਰਸੀਬਲ ਰਿਐਕਸ਼ਨ ਹੋ ਸਕਦੇ ਆ। ਅਗਰ ਰਿਵਰਸੀਬਲ ਆ ਤਾਂ ਦੋਨੋਂ ਸਾਈਡਸ ਤੇ ਆਪਾਂ ਉਹਦੀ ਕੈਲਕੂਲੇਸ਼ਨ ਕਰ ਸਕਦੇ ਆ, ਪਰ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਇਹ ਕੀ ਚੀਜ਼ ਆ। ਆ ਆਪਣੀ એનર્ਜੀ ਆ, ਆ ਥ੍ਰੈਸ਼ਹੋਲਡ ਦੇ ਬਰਾਬਰ ਜਿਹੜੀ ਆ ਇਹ ਪ੍ਰੋਡਕਟਸ ਦੀ ਐਕਟੀਵੇਸ਼ਨ એનર્ਜੀ ਆ, ਆ ਆਪਣੀ એનર્ਜੀ ਆ, ਆ ਰਿਐਕਟੈਂਟ ਦੀ ਤੁਹਾਡੇ ਕੋਲ ਕੀ ਆ ਗਈ ਆ, ਐਕਟੀਵੇਸ਼ਨ એનર્ਜੀ ਆ ਗਈ ਆ। ਇੱਥੋਂ ਤੱਕ ਕਲੀਅਰ ਜੀ, ਇਹ ਗ੍ਰਾਫ ਕਲੀਅਰ ਹੋਣਾ ਚਾਹੀਦਾ। ਹੁਣ ਐਕਸੋਥਰਮਿਕ ਦੇ ਕੇਸ ਦੇ ਵਿੱਚ ਆਪਣੇ ਕੋਲ ਜਿਹੜੀ HP HR ਵੀ ਕੈਲਕੂਲੇਟ ਕਰਾਂਗੇ। ਤੁਹਾਨੂੰ ਵੀ ਪਤਾ ਵੀ ਐਕਸੋਥਰਮਿਕ ਰਿਐਕਸ਼ਨ 'ਚ ਡੈਲਟਾ H ਨੈਗੇਟਿਵ ਹੁੰਦੀ ਹੈ, ਇੱਥੋਂ ਵੀ ਸ਼ੋ ਹੋ ਜਾਏਗਾ। HP ਦੀ એનર્ਜੀ ਜੇ ਘੱਟ ਆ, HR ਦੀ ਜ਼ਿਆਦਾ, ਆ ਵੈਲਿਊ ਘੱਟ ਹੋਊਗੀ, ਆ ਜ਼ਿਆਦਾ ਹੋਊਗੀ, ਤਾਂ ਆਨਸਰ ਕਾਹਦੇ ਚ ਆਏਗਾ, ਨੈਗੇਟਿਵ ਚ ਆਏਗਾ। ਇੱਕ ਤਾਂ ਇੱਥੋਂ ਕਲੀਅਰ ਕਰ ਸਕਦੇ ਹੋ ਤੁਸੀਂ। ਅਗਰ ਇੱਥੋਂ ਕਲੀਅਰ ਨਹੀਂ ਹੁੰਦਾ ਤਾਂ ਤੁਸੀਂ EA ਫਾਰਵਰਡ ਮਾਈਨਸ ਬੈਕਵਰਡ ਤੋਂ ਵੀ ਕੈਲਕੂਲੇਟ ਕਰ ਸਕਦੇ ਆ, ਮਾਈਨਸ EA ਬੈਕਵਰਡ। ਹੁਣ ਦੇਖੋ ਫਾਰਵਰਡ ਜਿਹੜੀ ਆ ਉਹ ਵੈਲਿਊ ਤੁਹਾਨੂੰ ਘੱਟ ਦੇਣੀ ਪੈ ਰਹੀ ਆ, ਆ ਵੈਲਿਊ ਘੱਟ ਹੋਏਗੀ, ਜਿਹੜੀ ਆ ਵੈਲਿਊ ਆ ਬੈਕਵਰਡ ਵਾਲੀ ਇਹ ਕੀ ਹੈ, ਜ਼ਿਆਦਾ ਆ, ਆਨਸਰ ਕਾਹਦੇ ਚ ਆਏਗਾ, ਨੈਗੇਟਿਵ। ਸੋ ਐਕਸੋਥਰਮਿਕ ਦੇ ਕੇਸ ਦੇ ਵਿੱਚ ਹਮੇਸ਼ਾ ਡੈਲਟਾ H ਕੀ ਆਏਗੀ, ਤੁਹਾਡੇ ਕੋਲ ਨੈਗੇਟਿਵ ਆਏਗੀ। ਪਰ ਇਹ ਹੈ ਵੀ ਆ ਚੀਜ਼ ਤੇ ਆ ਚੀਜ਼ ਦਾ ਡਿਫਰੈਂਸ ਦੇ ਵਿੱਚ ਆਪਾਂ ਚੇਂਜ ਨਹੀਂ ਕਰ ਸਕਦੇ, ਤਾਂ ਇੰਨਾ ਹੀ ਰਹਿਣਾ ਆ। ਐਕਟੀਵੇਸ਼ਨ એનર્ਜੀ ਜਿਹੜੀ ਆਪਣੇ ਕੋਲ ਉਹ ਡਿਫਰੈਂਸ ਸ਼ੋ ਕਰੇਗੀ। ਸੋ ਇਹ ਹੈ ਫॉर ਐਕਸੋਥਰਮਿਕ। ਹੁਣ ਮੰਨ ਲਓ ਤੁਸੀਂ ਇੱਥੇ ਐਂਡੋਥਰਮਿਕ ਚਾਹੁੰਦੇ ਆ, ਬਸ ਗ੍ਰਾਫ ਇੱਥੋਂ ਚੇਂਜ ਕਰਨਾ। ਇੱਥੇ ਆਪਾਂ ਰਿਐਕਟੈਂਟ ਦੀ એનર્ਜੀ ਜਿਹੜੀ ਹੈ ਜ਼ਿਆਦਾ ਦਿਖਾਈ ਹੈ, ਪ੍ਰੋਡਕਟ ਦੀ ਘੱਟ ਹੁੰਦੀ ਆ। ਜਿਹੜਾ ਐਂਡੋਥਰਮਿਕ ਰਿਐਕਸ਼ਨ ਉਹ 'ਚ ਉਲਟ ਹੁੰਦਾ, ਪ੍ਰੋਡਕਟ ਦੀ ਜ਼ਿਆਦਾ ਤੇ ਰਿਐਕਟੈਂਟ ਦੀ ਘੱਟ। ਇੱਥੇ ਆਪਾਂ ਗ੍ਰਾਫ ਚੇਂਜ ਕਰ ਸਕਦੇ ਹਾਂ। ਸੋ ਗ੍ਰਾਫਿਕਲੀ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਰਿਐਕਸ਼ਨ ਕਿੱਦਾਂ ਪ੍ਰੋਸੀਡ ਕਰਦਾ, ਉਹ ਵੀ ਤੁਹਾਨੂੰ ਦੱਸਦੀ। ਪਹਿਲਾਂ ਐਂਡੋਥਰਮਿਕ ਤੇ ਐਕਸੋਥਰਮਿਕ ਕਲੀਅਰ ਕਰ ਲਓ। ਹੁਣ ਅਸੀਂ ਕੀ ਕਰਨਾ ਰਾਜੇ, ਹੁਣ ਆਪਾਂ ਰਿਐਕਟੈਂਟ ਦੀ ਘੱਟ ਲੈ ਲੈਂਦੇ એનર્ਜੀ, ਠੀਕ ਆ, ਔਰ ਪ੍ਰੋਡਕਟ ਦੀ ਕੀ ਲਵਾਂਗੇ, ਜ਼ਿਆਦਾ ਲਵਾਂਗੇ। ਆਹ ਪ੍ਰੋਡਕਟ ਬਣਾ ਲਿਆ, ਦੇਖੋ ਚੇਂਜ ਕਰਤਾ ਮੈਂ ਗ੍ਰਾਫ। ਇਹ ਗ੍ਰਾਫ ਬਣੇਗਾ ਫॉर ਐਂਡੋਥਰਮਿਕ ਰਿਐਕਸ਼ਨ, ਠੀਕ ਹੈ। ਐਂਡੋਥਰਮਿਕ ਦੇ ਵਿੱਚ ਆ ਜਿਹੜੀ ਪ੍ਰੋਡਕਟਸ ਦੀ એનર્ਜੀ ਹੋਏਗੀ ਆਪਣੇ ਕੋਲ ਜਿਹੜੀ ਹੋਏਗੀ HP ਜ਼ਿਆਦਾ ਹੋਏਗੀ, ਰਿਐਕਟੈਂਟਸ ਕੋਲ ਜਿਹੜੀ એનર્ਜੀ ਹੈ HR ਹੈ ਉਹ ਘੱਟ ਹੋਏਗੀ। ਫਿਰ ਜਦੋਂ ਅਸੀਂ ਡਿਫਰੈਂਸ ਦੇਖਾਂਗੇ ਡੈਲਟਾ H ਇਜ਼ ਇਕੁਅਲ ਟੂ ਹਮੇਸ਼ਾ ਫਾਰਮੂਲਾ HP HR ਲਗਾਣਾ। ਆ ਵੈਲਿਊ ਜਦੋਂ ਜ਼ਿਆਦਾ ਹੋਏਗੀ, ਆ ਘੱਟ ਹੋਏਗੀ, ਤਾਂ ਤੁਹਾਡਾ ਆਨਸਰ ਕਾਹਦੇ ਵਿੱਚ ਨਿਕਲੇਗਾ ਰਾਜੇ, ਪੋਜ਼ਿਟਿਵ ਦੇ ਵਿੱਚ ਆਏਗਾ। ਸੋ ਐਂਡੋਥਰਮਿਕ ਰਿਐਕਸ਼ਨ ਦੇ ਵਿੱਚ ਡੈਲਟਾ H ਵਿਲ ਬੀ ਪੋਜ਼ਿਟਿਵ। ਇੱਥੋਂ ਕਲੀਅਰ ਹੋ ਜਾਂਦਾ।
ਹੁਣ ਦੂਜੀ ਗੱਲ ਐਕਟੀਵੇਸ਼ਨ એનર્ਜੀਆਂ ਚੈੱਕ ਕਰਨੀਆਂ ਉਹ ਵੀ ਕਰ ਸਕਦੇ ਆ। ਆ ਰਿਐਕਟੈਂਟ ਦੀ ਆਪਣੀ એનર્ਜੀ ਆ, ਠੀਕ ਹੈ, ਇਹ ਤਾਂ ਇੰਨੀ ਕੀ ਹੈਗੀ, ਉਹਦੇ ਕੋਲ ਜ਼ਿਆਦਾ ਨਹੀਂ ਹੈਗੀ। ਆ ਜਿਹੜੀ ਹੈ ਫਿਰ ਉਹਨੂੰ ਹੋਰ ਜਿਹੜੀ ਹੈ ਥ੍ਰੈਸ਼ਹੋਲਡ એનર્ਜੀ ਹੈ, ਇਹਦਾ ਮਤਲਬ ਇੰਨੀ ਹੋਰ ਚਾਹੀਦੀ ਹੈ। ਇਹ ਬਣ ਜੂਗੀ ਐਕਟੀਵੇਸ਼ਨ એનર્ਜੀ ਜਿਹੜੀ ਆਪਾਂ ਨੂੰ ਫਾਰਵਰਡ ਰਿਐਕਸ਼ਨ ਕਰਾਉਣ ਲਈ ਰਿਐਕਟੈਂਟਸ ਨੂੰ ਦੇਣੀ ਪਊਗੀ। ਫਿਰ ਜੇ ਅਸੀਂ ਉਲਟਾ ਰਿਐਕਸ਼ਨ ਚਾਹੁੰਦੇ ਆ, ਵਾਪਸ ਆਉਣਾ ਚਾਹੁੰਦੇ ਆ ਬੈਕਵਰਡ ਟੂ ਫਾਰਵਰਡ, ਤਾਂ ਸਾਨੂੰ ਪਿੱਛੋਂ ਫਿਰ ਇੰਨੀ ਸਪਲਾਈ ਕਰਨੀ ਪਊਗੀ। ਇਹ ਐਕਟੀਵੇਸ਼ਨ એનર્ਜੀ ਸਾਨੂੰ ਆਹ ਵਾਲੇ ਪ੍ਰੋਡਕਟ ਜਿਹੜੇ ਜਦੋਂ ਬੈਕਵਰਡ ਜਾਵਾਂਗੇ ਰਿਐਕਟੈਂਟ ਬਣ ਜਾਣਗੇ ਇੱਕ ਤਰ੍ਹਾਂ ਦੇ। ਸੋ ਇੰਨੀ ਐਕਟੀਵੇਸ਼ਨ એનર્ਜੀ ਆਪਾਂ ਨੂੰ ਬੈਕਵਰਡ ਦੇ ਕੇ ਫਿਰ ਆਪਾਂ ਨੂੰ ਪ੍ਰੋਡਕਟ ਜਿਹੜਾ ਉਹ ਬਣਾਉਣਾ ਪਏਗਾ। ਸੋ ਆਪਾਂ ਫਾਰਵਰਡ ਤੇ ਰਿਵਰਸ ਦੋਨਾਂ ਦਾ ਕੇਸ ਜਿਹੜਾ ਉਹ ਸਟੱਡੀ ਕਰ ਸਕਦੇ ਹਾਂ। ਸੋ ਗ੍ਰਾਫ ਮੁਸ਼ਕਿਲ ਨਹੀਂ ਹੈਗੇ। ਹੁਣ ਗ੍ਰਾਫ 'ਚ ਸਮਝਣ ਵਾਲੀ ਚੀਜ਼ ਹੈ ਕਿ ਜਦੋਂ ਰਿਐਕਟੈਂਟ ਜਿਹੜੇ ਆ એનર્ਜੀ ਗੇਨ ਕਰ ਲੈਣਗੇ, ਇੱਥੇ ਇੱਕ ਸਟੇਜ ਆਏਗੀ ਰਜੇ, ਉਹ ਵੀ ਸਮਝ ਲਓ, ਦੈਟ ਇਜ਼ ਟ੍ਰਾਂਜੀਸ਼ਨ ਸਟੇਟ। ट्रांजिशन स्टेट का मतलब होएगा इत्थे जाके तुहाडे रिएक्टेंट आपस दे विच की हो जाणगे, जुड़ जाणगे और सारे इकट्ठे हो जाणगे और एक कह लो कि कंपलैक्स जा बन जूगा जिन्होंने एक्टिवेटेड कंपलैक्स का नाम देंगे आ, पर वो अनस्टेबल हुंदा, ज़्यादा देर इत्थे रुकूगा नहीं, फटाफट वो की करूगा प्रोडक्ट बनाना स्टार्ट कर देगा और इत्थे आके अपने कोल प्रोडक्ट्स अलग अलग हो जाएंगे। फॉर एग्जाम्पल जे तुसीं कोई भी रिएक्शन आ, मान लो H2 ते I2 आ मैं H दे मॉलिक्यूल शो कीते, आ I दे, जो ये दोनों ट्रांजिशन स्टेट बनाएंगे ना सारे जने ना इस तरह ही खुल जाएंगे, ये भी खुल जाएंगे और ये आपस में इस तरह सारे कंपलैक्स बना के जुड़ना शुरू कर देंगे। फिर जो प्रोडक्ट की बारी आऊगी आ दो जुड़ जाएंगे, आ दो जुड़ के अलग हो जाएंगे। जिहड़ा आ चीज़ तैयार होगी एक एक्टिवेटेड कंपलैक्स उन्होंने कहते हैं, जिथे अपने कोल सारे रिएक्टेंट्स के पुराने बॉन्ड जिहड़े आ टुटने शुरू हो जाते हैं और रिएक्टेंट आपस दे विच नवे बॉन्ड बना के प्रोडक्ट लई जुड़ना शुरू हो जाते हैं। टुटदे बॉन्ड ते जुड़दे बॉन्ड इकट्ठे नजर आएंगे। दिस स्टेट इज नोन एज ट्रांजिशन स्टेट और इट इज ऑल्सो नोन एज एक्टिवेटेड कंपलैक्स। सो इन्हां चारों नूं मिला के जो चीज़ तैयार होगी दैट इज एक्टिवेटेड कंपलैक्स, पर ये अनस्टेबल आ, ज़्यादा देर नहीं रहेगी। फिर ये की करेगी, फिर अपने को आ मॉलिक्यूल इहदे नाल ज्वाइन करके प्रोडक्ट बनाएगा, वड्डा छोटा मिलेगा, वड्डा छोटा तो HI बननी शुरू हो जाएगी। सो ये है तुहाडे कोल प्रोडक्ट बनेगा। इस तरीके दे नाल रिएक्शन कंटिन्यू रहिंदे आ। हुण अगली गल जिहड़ी आपां समझनी है कि कैटालिस्ट का की असर पैंदा फिर रिएक्शन दे विच। कैटालिस्ट का रोल इन्ना की आ, ये आप ऑलरेडी किया भी होया। इत्थे आपां चलो हुण आपां बैकवर्ड ये सारियां आपां एनर्जीज जिहड़ियां नहीं शो करदे, हुण आपां सिंपल देखदे हां भी कैटालिस्ट की काम करदा। कैटालिस्ट ये काम करूगा कि ओह जिहड़ा एनर्जी बैरीयर आ, थ्रैशोल्ड एनर्जी जिन्नी क चाहीदी आ उन्होंने की करूगा घटाने की कोशिश करूगा, एक नवा पाथ जिहड़ा आ वो प्रोवाइड करेगा। आपां दोबारा तो ही ड्रॉ कर लैंदे आ। सो लो जी, मान लो असी कोई भी रिएक्शन शो कर रहे हैं, एक्सोथर्मिक ही लै लैंदे आ, उहदा ग्राफ थोड़ा जा वधिया बन जाता है ये वाला, ठीक है जी। हुण कैटालिस्ट का की काम आ, कैटालिस्ट एक न्यू पाथ जनरेट करेगा। आ देखो मैंने बना दिया, आ लो एक नवा रास्ता बना देगा और उस रास्ते की थ्रैशोल्ड एनर्जी की होगी राजे, देखो आ पाथ नवा बन गया। ये कैटालिस्ट तो बाद का असर है, आ कैटालिस्ट तो पहले का, पहला थ्रैशोल्ड एनर्जी ज़्यादा सी पर कैटालिस्ट पाउण तो बाद वो बैरीयर की हो जाता राजे, डाउन हो जाता। बैरीयर डाउन हो जाता है कि कैटालिस्ट के नाल, क्योंकि कैटालिस्ट जो रिएक्शन होने च हैल्प करता, उन्होंने सरफेस दिंदा, उन्होंने नाल टैंपरेरी बॉन्ड बनाता है, फिर प्रोडक्ट जल्दी बनने शुरू हो जाते हैं, उन्होंने एक प्लेटफॉर्म मिल जाता है इकट्ठे होने लई प्रोडक्ट बनाने लई। इसे करके जिहड़ा हैगा कैटालिस्ट का असर ये पैंदा ग्राफ के उत्ते कि जिहड़ा बैरीयर से वो डाउन हो जाता। हुण डाउन होने का कितना फायदा होगा कि वध तो वध रिएक्टेंट प्रोडक्ट बना जाएंगे। सो रेट ऑफ रिएक्शन की हो गया, वेरी फास्ट हो गया। इसीलिए असीं कहने हैं कैटालिस्ट पाउण ते रेट ऑफ रिएक्शन इनक्रीज कर जाता, क्योंकि कैटालिस्ट का काम यही है कि वो एनर्जी बैरीयर को डाउन करता है। उहदे नाल वध तो वध रिएक्टेंट जिहड़े है इन्नी एनर्जी ईजीली गेन कर जाते हैं। एक्टिवेशन एनर्जी आपां नूं थोड़ी देनी पैंदी है, फटाफट प्रोडक्ट्स की फॉर्मेशन स्टार्ट हो जाती है। सो ये है वर्किंग ऑफ कैटालिस्ट कि कैटालिस्ट जिहड़ा है एक नवा रास्ता दे के और एक नवा एक्टिवेटेड कंपलैक्स इत्थे बनाऊगा। जो इत्थे बनना सी वो चीज़ इत्थे बन जाएगी। मान लो कोई भी दो रिएक्टेंट सी AB प्लस B A ते A प्लस B प्लस C जोड़ रहे हैं, है ना, तो एक्टिवेटेड कंपलैक्स से तो तिन्ने नजर आएंगे। तिन्ना का मतलब ये होएगा, मान लो इत्थे AB आ C आ जो तिन्ने ज्वाइन करेंगे ना, ये स्टेज ट्रांजिशन स्टेट बनेगी जिहड़ी अनस्टेबल होंदी है। फिर अनस्टेबल तो बाद जिहड़ा प्रोडक्ट बनूगा, प्रोडक्ट ये बन जूगा भी मान लो A ते B जुड़ गए, C कली रहेगी। सो इस तरह बन सकता है।
कहने का मतलब ये है कि आ जी चीज़ है ना ये इत्थे बनती है जी अनस्टेबल है फिर प्रोडक्ट बनता है पहले बननी जरूरी होंगी है जो ये बनती होंगी है ना आपस के आ कैटलिस्ट है जो काम कर रहा है सो कैटलिस्ट की करूँगा इन्होंने दोनों के नाल जुड़ जाता एंड के कैटलिस्ट अलग हो गया सो ये फंक्शन हो गया कैटलिस्ट का कि ये टैंपरेरीली जी है ना रिएक्टेंट्स के बॉन्ड को ब्रेक करने उन्होंने अटैच होएगा टैंपरेरीली होएगा लेकिन एंड दे विच फिर ये प्रोडक्ट च पार्टिसिपेट नहीं करेगा प्रोडक्ट अपना नवा अलग बन जाएगा और कैटलिस्ट तो अलग हो जाएगा सो ये है रजे रोल ऑफ कैटलिस्ट उस बाद तो कुछ कैटलिस्ट के फंक्शनस भी दिते हुए आ पहले तो आप देख ही लिया कि कैटलिस्ट एनर्जी बैरीयर को डाउन कर दिंदा या रेट ऑफ रिएक्शन को फास्ट कर दिंदा दूजा कैटलिस्ट सरफेस प्रोवाइड करता फॉर द रिएक्टेंट्स टू कंबाइन करने के लिए ठीक है एक कैटलिस्ट की क्वालिटी होंगी है स्पैसिफिक होंगे आ हुण तुसीं एक कैटलिस्ट को सारे रिएक्शन च यूज़ नहीं कर सकते आप देखा है जो आप अलग अलग रिएक्शन लिखते हैं तो वो कैटलिस्ट आप अलग अलग पाने यदा मतलब हर कैटलिस्ट सेम रिएक्शन दे रेट को इनक्रीज नहीं कर सकता हर कैटलिस्ट का अपना फंक्शन अलग फंक्शन होएगा और डिफरेंट रेट इनक्रीज होंगे इसलिए तुसीं अलग अलग रिएक्शनस देखोगे कि अलग अलग कैटलिस्ट काम करते हैं वो कल वाली चीज़ मैं दसी भी हर चाबी के हर ताला नहीं खुल सकता इस तरीके कैटलिस्ट भी हर रिएक्टेंट नाल नहीं जुड़ सकता जिथे वो अटैचमेंट होएगी सिर्फ उत्थे ही वो रिएक्शन को फास्ट करेगा क्लीयर एक ये याद रखना कैटलिस्ट बारे स्पैसिफिक होंगे आ एक ही याद रखना भी कैटलिस्ट जोड़े होंगे ना रेट को बढ़ाते हैं और रेट को फॉरवर्ड तो बैकवर्ड दोनों बढ़ा देंगे हैं मान लो उन्हें बैरियर डाउन गया ये रिएक्टेंट लिए भी एक्टिवेशन एनर्जी घट गई तो प्रोडक्ट की भी तो घटी आ सो चाहे असी फॉरवर्ड रिएक्शन करिए चाहे बैकवर्ड करिए इन्हें दोनों को सेम रेट पर डिक्रीज करता इस वजह के नाल इट विल नॉट शिफ्ट द इक्विलिब्रियम पॉइंट कदे शिफ्ट नहीं कर पाऊगा हाँ इक्विलिब्रियम पॉइंट जल्दी आ जाएगा लेकिन इक्विलिब्रियम पॉइंट जो शिफ्ट नहीं होएगा जी वैल्यू की आनी उत्थे आएगी इसका रीजन ये होएगा कि कैटलिस्ट जो है वो रेट ऑफ फॉरवर्ड एज वेल एज रेट ऑफ बैकवर्ड रिएक्शन दोनों जो सेम रेट पर उन्होंने एनर्जी डिक्रीज करता है इस करके दोनों को कोई फर्क नहीं पैदा और जी चेंज इन्हों की अपनी एनर्जी की चेंज आ उहदे ते भी कोई इफेक्ट नहीं पा सकता वो उन्नी दी उन्नी रहिंदा डिफरेंस वो चेंज नहीं होंदा सो ये हो गया अपने को रोल ऑफ कैटलिस्ट हुण मैं ये नाल दा ना तुहानूं एक दा न्यूमेरिकल दसना चाहती सी कि तुसी ग्राफिकली किद्दां सॉल्व कर सकते हो न्यूमेरिकल नूं हुण मान लो एक ग्राफ अपने को पेपर च बनिया आ गया क्योंकि आने दा आपां नूं शॉर्टकट रजे क्वेश्चनस हैगे आ उहदे अकॉर्डिंग ग्राफ बनया होया जो वो मैं तुहानूं बनानी आ ये अपने को आ रिएक्शन बनया होया और ये एक्सोथर्मिक ही है जी आप ऑलरेडी बना ही रहे हैं ग्राफ ये वो वाला रिएक्शन है हुण आपां नूं की दिता होया इत्थे ए लिखिया होया जो जो इत्थे लिखिया वो आपां लिख लैंदे आ और ए प्रोडक्ट आ बी तुसीं रिएक्टेंट भी लिख सकते हो तो ए बी लिख लो तो इत्थे आपां नूं होर की दिता क्वेश्चन दे विच एक्टिवेशन एनर्जी शो की या ग्राफ असीं आप बनाने पहले असीं स्टेटमेंट पढ़ते हैं एन एक्सोथर्मिक रिएक्शन है सो आप पहला ड्रॉ करके रख लिया एक्सोथर्मिक याद रखियो भी रिएक्टेंट की एनर्जी आ वाली ज़्यादा होनी चाहिए इन्हें ऊपर बनाना इन्हों नीचे ये एक्सोथर्मिक आ ग्राफ क्लीयर रखने हैं तुसी ए इज चेंज इनटू बी वो आप लिख लिया एक्टिवेशन हैज़ एन एक्टिवेशन एनर्जी ऑफ 17 किलोजूल पर मोल ऑफ ए नूं जिहड़ी एक्टिवेशन एनर्जी देनी पैंदी है ना आ थ्रैशोल्ड आ ठीक है जी आ उहदी अपनी एनर्जी आ इन्नी तुहानूं सप्लाई करनी पऊगी इहनूं तुसीं एक्टिवेशन एनर्जी ए दी लिख सकते हैं ये हैगी है 17 किलोजूल पर मोल लो जी ये वैल्यू आपां नूं दित्ती हुई है होर की दिता है इस तो बाद ये दिता है द हीट ऑफ रिएक्शन इज 40 kg हीट ऑफ रिएक्शन यानी कि हीट ऑफ रिएक्शन ये होएगी जिहड़े ना दोवां दी एनर्जी दा डिफरेंस होएगा आ एनर्जी राजी होगी HR आ एनर्जी होगी HP आपां नूं डेल्टा H दित्ती हुई है HP माइनस HR इट विल बी ये कितनी दित्ती हुई है आपां नूं ये हैगी 40 किलोजूल लो जी हुण दो गल्लां सानूं क्लीयर हो गई हुण नैक्सट असीं कढना की है कैलकुलेट द एक्टिवेशन एनर्जी फॉर द रिवर्स ऑफ रिएक्शन B to A तुसीं जाना कित्थों आ B तो A वाल जाना है ध्यान रखना तुसीं B तो A जाण दे लई आपां ने जिहड़ा हैगा एक्टिवेशन एनर्जी कैलकुलेट करनी है हुण पहलां आपां इहदी भी बना के रख लईए भी इहनूं कितनी देनी पऊगी एनर्जी जे आपां बैक जाना इनू देनी पऊगी EA ये B नूं देनी पऊगी तुहानूं ठीक है हुण तुसीं B तो A जाना तुहाडा फॉरवर्ड बन गया आ की बन गया जी बैकवर्ड बन गया है सो फॉरवर्ड ते बैकवर्ड फार्मूला याद रखियो जो तुहानूं इस एनर्जी तो कैलकुलेशन आ जाए एक्टिवेशन एनर्जी तो आ जाए आ तुहाडे कोल एनर्जी का चेंज दिता होया इत्थे तुसीं HP मैं लै रही हां तुसीं E भी डेल्टा E भी शो कर सकते हैं तो ये वैल्यू डेल्टा E नूं भी रिप्रेजेंट कर सकती है क्योंकि आ EP जी एनर्जी प्रोडक्ट्स की है ER H नहीं भी सिंबल यूज़ करना तो डेल्टा E यूज़ कर लो सो ये डेल्टा E आपां नूं ऑलरेडी दित्ती हुई है
ਹੁਣ ਆ गया ਆਪਾਂ ਦੇਖਣ ਲਈ ਕਿ B ਤੋਂ A ਜਾਣਾ ਰਾਜੇ, ਆਪਾਂ ਫਾਰਮੂਲਾ ਕੀ ਲਾਵਾਂਗੇ, ਫਾਰਮੂਲਾ ਡੈਲਟਾ E ਇਜ਼ ਇਕੁਅਲ ਟੂ E ਫਾਰਵਰਡ ਮਾਈਨਸ ਬੈਕਵਰਡ। ਆ ਫਾਰਮੂਲਾ ਤੁਸੀਂ ਚੇਤੇ ਰੱਖੋਗੇ, E ਦੇ ਹਿਸਾਬ ਤੇ ਫਾਰਵਰਡ ਤੇ ਬੈਕਵਰਡ ਯਾਦ ਰੱਖ ਲਓ। ਹੁਣ ਫਾਰਵਰਡ ਤੁਹਾਡਾ A ਹੋਏਗਾ, ਬੈਕਵਰਡ ਤੁਹਾਡਾ ਇਹ ਬਣ ਗਿਆ, ਕਿਉਂਕਿ ਆਪਾਂ ਆਣਾ ਕਿੱਧਰੋਂ, ਆਪਾਂ B ਤੋਂ ਕਿਹਦੇ ਵੱਲ ਜਾਣਾ, A। ਸੋ ਆ ਸਾਡੇ ਰਿਐਕਟੈਂਟ ਆ ਸਾਡੇ ਕੀ ਬਣ ਗਏ ਪ੍ਰੋਡਕਟ, ਆ ਸਾਡੀ ਫਾਰਵਰਡ એનર્ਜੀ, ਆ ਕੀ ਹੋਗੀ ਬੈਕਵਰਡ। ਧਿਆਨ ਰੱਖਿਓ ਜੇ ਰਿਵਰਸ ਦਾ ਦਿੱਤਾ ਤਾਂ ਉਲਟਾ ਦਿਓ, ਜੇ ਤੁਹਾਡਾ ਇਧਰੋਂ ਦਿੱਤਾ ਫਿਰ ਆ ਫਾਰਵਰਡ ਤੇ ਆ ਬੈਕਵਰਡ, ਐਦਾਂ ਧਿਆਨ ਨਾਲ ਆਪਾਂ ਸਵਾਲ ਕੱਢਣਾ ਹੈ। ਹੁਣ ਆਪਾਂ ਨੂੰ ਰਿਵਰਸ ਪੁੱਛੀ ਆ ਤਾਂ ਆਪਣਾ ਇਹ ਫਾਰਵਰਡ ਬਣ ਗਿਆ ਰਾਜੇ, ਜੇ ਨਹੀਂ ਸਮਝ ਆਈ ਤਾਂ ਇਹਨੂੰ ਤੁਸੀਂ ਫਾਰਵਰਡ ਲਿਖ ਲਈਓ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਈਓ। ਆ ਇਸ ਵਕਤ ਤੁਹਾਡਾ ਕਿਹੜਾ ਬਣ ਚੁੱਕਾ, ਬੈਕਵਰਡ ਬਣ ਚੁੱਕਾ। ਸੋ ਫਾਰਮੂਲੇ ਦੇ ਅਕੋਰਡਿੰਗ ਤੁਸੀਂ ਫਾਰਵਰਡ ਮਾਈਨਸ ਬੈਕਵਰਡ ਕਰਨਾ ਆ। ਸੋ ਡੈਲਟਾ E ਦੀ ਵੈਲਿਊ ਤੁਹਾਨੂੰ 40 ਦਿੱਤੀ ਆ, ਫਾਰਵਰਡ ਦੀ એનર્ਜੀ ਜਿਹੜੀ ਇਸ ਵਕਤ ਤੁਹਾਡੇ ਕੋਲ ਆ ਹੈ ਨਹੀਂ ਰਿਵਰਸ ਦੀ, ਇਹਨੂੰ ਤੁਸੀਂ E ਲਿਖ ਲਓ, ਮਾਈਨਸ ਬੈਕਵਰਡ ਦੀ ਜਿਹੜੀ ਐਕਟੀਵੇਸ਼ਨ એનર્ਜੀ 17 ਦਿੱਤੀ ਹੋਈ ਆ। ਸੋ E ਦੀ ਕੈਲਕੂਲੇਸ਼ਨ ਜਦੋਂ ਤੁਸੀਂ ਕਰੋਗੇ ਇਹ 40 + 17 ਹੋ ਜਾਏਗੀ, ਇਹਨੂੰ ਐਡ ਕਰਕੇ ਤੁਹਾਡਾ ਆਨਸਰ ਆ ਗਿਆ 57 ਕਿਲੋ ਜੂਲ। ਦੇਖ ਲਓ ਕਿੰਨਾ ਟਾਈਮ ਲੱਗਾ ਸਵਾਲ ਕੱਢਣ 'ਚ। ਸੋ ਸਿੰਪਲ ਤੁਸੀਂ ਇੱਕੋ ਹੀ ਫਾਰਮੂਲਾ ਲਾਇਆ, ਐਕਟੀਵੇਸ਼ਨ એનર્ਜੀ ਦਾ ਫਾਰਮੂਲਾ ਯਾਦ ਰੱਖਣਾ ਤੁਸੀਂ, E ਫਾਰਵਰਡ ਮਾਈਨਸ E ਬੈਕਵਰਡ। ਹੁਣ ਫਾਰਵਰਡ ਤੁਹਾਡਾ ਕਿਹੜਾ ਤੇ ਬੈਕਵਰਡ ਤੁਹਾਡਾ ਕਿਹੜਾ ਇਹ ਤੁਹਾਨੂੰ ਦੇਖਣਾ ਪਏਗਾ, ਉਹਦੇ ਮੁਤਾਬਿਕ ਡੈਲਟਾ E ਤੁਸੀਂ ਕੈਲਕੂਲੇਟ ਕਰ ਸਕਦੇ ਆ। H ਦੀ ਫਾਰਮ 'ਚ ਵੀ ਕਰ ਸਕਦੇ ਆ, ਲੇਕਿਨ H ਦੀ ਫਾਰਮ 'ਚ ਸਾਨੂੰ ਉਹ એનર્ਜੀ ਦਿੱਤੀ ਨਹੀਂ ਹੋਈ ਸੀਗੀ, ਇਸ ਲਈ ਮੈਂ H ਚੇਂਜ ਕਰਕੇ ਆਪਾਂ ਨੂੰ ਐਕਟੀਵੇਸ਼ਨ એનર્ਜੀ ਦਿੱਤੀ ਹੋਈ ਆ ਤਾਂ E ਲਗਾ ਲਓ ਤੁਸੀਂ, E ਦੀ ਫਾਰਮ 'ਚ ਸਵਾਲ ਨਿਕਲ ਜਾਏਗਾ। ਮਤਲਬ ਇੱਥੇ ਦੋ ਫਾਰਮੂਲੇ ਲੱਗ ਸਕਦੇ ਆ, ਜੇ ਤਾਂ ਥੱਲੇ ਵਾਲੀ એનર્ਜੀ ਦਿੱਤੀ ਹੈ ਤਾਂ HP - HR ਕੈਲਕੂਲੇਟ ਕਰ ਸਕਦੇ ਆ, ਜੇ ਆਪਾਂ ਨੂੰ ਉੱਪਰ ਵਾਲੀਆਂ ਦਿੱਤੀਆਂ ਤਾਂ ਫਿਰ ਉੱਪਰ ਵਾਲੀਆਂ 'ਚ ਆਪਾਂ E ਫਾਰਵਰਡ ਮਾਈਨਸ E ਕੀ ਲਗਾਵਾਂਗੇ ਬੈਕਵਰਡ। ਇਹਦੇ ਨਾਲ ਦਾ ਇੱਕ ਹੋਰ ਵੈਰੀ ਇੰਟਰਸਟਿੰਗ ਕੁਐਸਚਨ ਹੈਗਾ ਜਿਹੜਾ ਸਿੰਪਲ ਹੈਗਾ, ਇਹਦੇ ਨਾਲ ਦਾ ਗ੍ਰਾਫ ਦਾ। ਸੋ ਗ੍ਰਾਫ ਵਾਲੇ ਕੁਐਸਚਨ ਕਰ ਲਿਓ, ਹੁਣ ਇਹ ਪੇਪਰ 'ਚ ਆ ਜਾਂਦੇ ਆ ਗ੍ਰਾਫ ਵਾਲੇ, ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਨਾ ਜੋ ਪੁੱਛੀਆਂ ਹੋਈਆਂ। ਹੁਣ ਮੈਂ ਅਗਲਾ ਗ੍ਰਾਫ ਡਰਾ ਕਰਦੀ ਆ, ਇਹ ਗ੍ਰਾਫ ਦੇ ਸਵਾਲ ਆ, ਬਸ ਉਸ ਤੋਂ ਬਾਅਦ ਆਪਣਾ ਲੈਸਨ ਕੰਪਲੀਟ ਹੈ ਰਾਜੇ। ਆ ਰਿਐਕਟੈਂਟ ਹੈਗੇ ਆਪਣੇ, ਔਰ ਇਹ ਵੀ ਤੁਹਾਡਾ ਪ੍ਰੋਡਕਟ ਵਾਲਾ ਰਿਐਕਸ਼ਨ ਜਿਹੜਾ ਹੈਗਾ ਨਾ, ਇਹ ਐਕਸੋਥਰਮਿਕ ਦਾ ਗ੍ਰਾਫ ਆ, ਔਰ ਇਹ ਗ੍ਰਾਫ ਬਣਾਇਆ ਦਿੱਤਾ ਹੋਇਆ ਆਪਾਂ ਨੂੰ। ਇੱਥੇ ਆਪਣੀ ਜਿਹੜੀ ਥ੍ਰੈਸ਼ਹੋਲਡ એનર્ਜੀ ਹੈ ਜਿੰਨੀ ਚਾਹੀਦੀ ਹੈ ਰਿਐਕਟੈਂਟਸ ਨੂੰ 140 ਦਿੱਤੀ ਹੋਈ ਆ, ਇੱਕ ਆਪਣੇ ਕੋਲ 130 ਦੀ ਲਾਈਨ ਦਿੱਤੀ ਹੋਈ ਆ, ਇੱਕ ਆਪਣੇ ਕੋਲ ਆਪਾਂ ਕੈਟਲਿਸਟ ਪਾਇਆ ਆ ਜਿਹਦੇ ਨਾਲ ਬੈਰੀਅਰ ਨੀਚੇ ਜਾ ਚੁੱਕਾ ਆ, ਉਹਦੀ એનર્ਜੀ ਵੀ ਦਿੱਤੀ ਹੋਈ ਆ, ਇਹ ਹੈਗੀ ਆ 120। ਸਾਰੀਆਂ ਆਪਾਂ ਨੋਟ ਕਰ ਲਈਏ। 110 ਜਿਹੜੀ ਆਪਣੇ ਕੋਲ ਆ ਜਿਹੜੀ ਹੈਗੀ ਆ ਇਹ ਰਿਐਕਟੈਂਟਸ ਦੀ ਹੈਗੀ ਆ, ਨੀਚੇ ਫਿਰ ਆਪਾਂ 100 ਤੇਲ ਜਿਹੜੀ ਲਈ ਆ ਉਹ ਆ ਵਾਲੀ ਆ ਪ੍ਰੋਡਕਟਸ ਦੀ ਹੈ, ਠੀਕ ਹੈ ਜੀ। ਹੋਰ ਆਪਾਂ ਨੂੰ ਕੀ ਦਿੱਤਾ, ਬਸ ਇਹ ਪ੍ਰੋਡਕਟਸ ਆ ਦਿੱਤਾ ਹੋਇਆ ਗ੍ਰਾਫ ਜੋ ਦਿੱਤਾ ਮੈਂ ਬਣਾਤਾ, ਇੱਧਰ એનર્ਜੀ ਇੱਧਰ ਗ੍ਰਾਫ। ਹੁਣ ਇੱਕ ਰਿਐਕਸ਼ਨ ਦਿੱਤਾ ਹੋਇਆ ਆਪਾਂ ਨੂੰ A2 + B2 ਐਰੋ 2AB ਆ ਦਿੱਤਾ ਆ, ਵੈਸੇ ਰਿਵਰਸੀਬਲ ਰਿਐਕਸ਼ਨ ਹੈ, ਦੋਨੇ ਪਾਸੇ ਚੱਲੂਗਾ। ਹੁਣ ਆਪਾਂ ਨੂੰ ਕੀ ਪੁੱਛਿਆ, ਆਪਾਂ ਇੱਕ ਇੱਕ ਚੀਜ਼ ਕੈਲਕੂਲੇਟ ਕਰਾਂਗੇ। ਸਭ ਤੋਂ ਪਹਿਲਾਂ ਪੁੱਛਿਆ ਕੈਲਕੂਲੇਟ ਡੈਲਟਾ E ਫॉर द ਰਿਐਕਸ਼ਨ। ਸੋ ਪਹਿਲੀ ਚੀਜ਼ ਕੈਲਕੂਲੇਟ ਕਰੋ ਡੈਲਟਾ E। ਹੁਣ ਡੈਲਟਾ E ਕਿੱਥੋਂ ਕੈਲਕੂਲੇਟ ਕਰਾਂਗੇ, ਫਾਰਮੂਲਾ ਮੈਂ ਫਿਰ ਲਿਖ ਦਿੰਨੀ ਆ ਤੁਹਾਨੂੰ। ਹੁਣ ਇਹ ਫਾਰਵਰਡ ਦਾ ਹੀ ਪੁੱਛਿਆ ਆਪਾਂ ਨੂੰ, ਰਿਵਰਸ ਦਾ ਨਹੀਂ ਕਿਹਾ। ਸੋ ਡੈਲਟਾ E = ਫਾਰਮੂਲਾ ਹੋਏਗਾ ਐਕਟੀਵੇਸ਼ਨ એનર્ਜੀ ਫਾਰਵਰਡ ਮਾਈਨਸ ਐਕਟੀਵੇਸ਼ਨ એનર્ਜੀ ਬੈਕਵਰਡ। ਹੁਣ ਆਪਾਂ ਨੂੰ ਦੇਖਣੀ ਪਊਗੀ ਵੀ ਆਪਾਂ ਨੂੰ ਫਾਰਵਰਡ ਬੈਕਵਰਡ ਗ੍ਰਾਫ 'ਚ ਦਿਖਦੀਆਂ ਆ। ਦੇਖੋ ਡੈਲਟਾ E ਕੈਲਕੂਲੇਟ ਹੋ ਜਾਏਗੀ ਆਰਾਮ ਨਾਲ ਗ੍ਰਾਫ ਤੋਂ। EA ਫਾਰਵਰਡ ਆ ਰਾਜੇ, ਦੇਖੋ ਇੱਥੇ ਨਿਸ਼ਾਨੀ ਲਾ ਲੈਣੀ ਤੁਸੀਂ, ਇੱਥੋਂ ਤੋਂ ਇੱਥੇ ਤੁਸੀਂ ਰਿਐਕਟੈਂਟ ਨੂੰ ਸਪਲਾਈ ਕਰੋਗੇ એનર્ਜੀ, ਇਹ ਤੁਹਾਡੀ। ਸੋ ਜੇ ਫਸਟ ਆਪਾਂ ਨੂੰ ਕੈਲਕੂਲੇਟ ਕਰਨ ਲਈ ਦਿੱਤਾ ਆ, ਕੈਲਕੂਲੇਟ ਡੈਲਟਾ E ਫॉर द ਰਿਐਕਸ਼ਨ, ਇਹ ਕੱਢਣੀ ਆ। ਹੁਣ ਡੈਲਟਾ E ਦਾ ਫਾਰਮੂਲਾ ਕੀ ਹੁੰਦਾ ਹੈ ਆਪਾਂ ਨੂੰ ਸਿੰਪਲ ਪਤਾ ਆ, ਡੈਲਟਾ E = E ਪ੍ਰੋਡਕਟ ਮਾਈਨਸ E ਰਿਐਕਟੈਂਟ। ਜਿਹੜੀ ਡੈਲਟਾ EA ਹੈ ਐਕਟੀਵੇਸ਼ਨ એનર્ਜੀ ਦਾ ਡਿਫਰੈਂਸ ਹੁੰਦਾ, ਉਹ EA ਫਾਰਵਰਡ ਤੇ ਬੈਕਵਰਡ ਦਾ ਹੁੰਦਾ। ਫਿਲਹਾਲ ਆਪਾਂ ਨੂੰ ਡੈਲਟਾ E ਪੁੱਛੀ ਆ, ਡੈਲਟਾ H ਦੀ ਜਗ੍ਹਾ ਆਪਾਂ ਡੈਲਟਾ E ਸਿੰਬਲ ਯੂਜ਼ ਕਰ ਰਹੇ ਹਾਂ। ਹੁਣ ਕਿੱਦਾਂ ਆ ਜਿਹੜੀ ਰਾਜੇ 110 ਤੱਕ ਦੀ ਜਿਹੜੀ એનર્ਜੀ ਹੈ ਨਾ, ਇਹ ਰਿਐਕਟੈਂਟ ਦੀ એનર્ਜੀ ਹੈ, ਤੁਸੀਂ ਇਹਨੂੰ ER ਲਿਖ ਸਕਦੇ ਆ। ਆ ਜਿਹੜੀ એનર્ਜੀ 100 ਸ਼ੋ ਹੋ ਰਹੀ ਆ, ਇਹ EP ਲਿਖ ਸਕਦੇ ਆ। ਤਾਂ ਡੈਲਟਾ ਜਿਹੜੀ ਡਿਫਰੈਂਸ ਆਏਗਾ ਦੋਵਾਂ ਦੀ એનર્ਜੀ ਦੇ ਵਿੱਚ, ਉਹਨੂੰ ਅਸੀਂ ਬੋਲਦੇ ਆ ਡੈਲਟਾ E। ਸੋ ਇਹ ਕੈਲਕੂਲੇਟ ਕਰਨਾ ਆ, ਇਹ ਆਪਾਂ EP - ER ਤੋਂ ਕੈਲਕੂਲੇਟ ਕਰ ਸਕਦੇ ਆ। ਸੋ EP ਕਿੰਨੀ ਨਜ਼ਰ ਆ ਰਹੀ ਹੈ ਆਪਾਂ ਨੂੰ, 100 ਨਜ਼ਰ ਆ ਰਹੀ ਹੈ। ER ਕਿੰਨੀ ਨਜ਼ਰ ਆ ਰਹੀ ਹੈ ਰਾਜੇ, 110 ਨਜ਼ਰ ਆ ਰਹੀ ਹੈ। ਸੋ 100 - 110,
ਇਹ ਨੈਗੇਟਿਵ ਦੇ ਵਿੱਚ ਤੁਹਾਡੇ ਕੋਲ ਆਏਗੀ -10 ਕਿਲੋ ਜੂਲ ਪਰ ਮੋਲ। ਇਹ ਨੈਗੇਟਿਵ ਚ ਤਾਂ ਆਈ ਹੈ, पता क्यों? क्योंकि एक्सोथर्मिक रिएक्शन है, ठीक है। सो आंसर पहला देखो इथों ही निकल गया, EP माइनस ER डेल्टा E शो हो गई। सो डेल्टा E का फार्मूला EP माइनस ER, चाहे यदि जगह डेल्टा H आ जाता तो HP माइनस HR। जे अपने को एक्टिवेशन एनर्जी का डिफरेंस कढ़ना आ जाता, फिर आप फॉरवर्ड एक्टिवेशन एनर्जी ते बैकवर्ड एक्टिवेशन एनर्जी कैलकुलेट करके देख सकते हैं। हुण सैकेंड इहदे विच की पूछिआ, पहला क्लीयर हो गया। हुण सैकेंड पूछिआ कैलकुलेट द एनर्जी ऑफ एक्टिवेशन फॉर द फॉरवर्ड एंड बैकवर्ड रिएक्शन। हुण तुसीं एक्टिवेशन एनर्जी कैलकुलेट करनी है, यानी EA मतलब फॉरवर्ड की भी कढ़नी है और EA तुहाडे कोल बैकवर्ड की भी कढ़नी है। हुण इत्थों देख के ग्राफ चों तुसीं दस सकदे आ EA फॉरवर्ड की कितनी होएगी राजे, आ तो उन्होंने कोल अपनी हैगी आ तुसी दे रहे हैं EA 140 110 उन्होंने कोल अपनी सीगी, तुसी 140 तो 110 दे विच वाली दे रहे हैं। सो EA फॉरवर्ड जिहड़ी तुसी कढोगे ना ये आ जाएगी राजे 140 टोटल चाहिए सी, 110 रिएक्टेंट कोल हैगी सीगी, इन्हां दोवां दा तुसी माइनस कर देना तो 30 जिहड़ी किलो जूल आ वो तुहानूं सप्लाई करनी पै रही है। देखो तो सिंपल ग्राफ तो आप आंसर निकाल लिया। सो आप मैच भी करी जाइए, अपने फॉरवर्ड की 30 आ गई। हुण बैकवर्ड की तुसीं किद्दां दसोगे, देखो बैकवर्ड भी क्लीयर आ, बैकवर्ड किद्दां क्लीयर आ, बैकवर्ड ये आ भी इन्नी प्रोडक्ट कोल हैगी आ 100 हैगी आ, 100 तो लैके 140 तक तुहानूं देनी पैगी, टोटल 140 है और जो 100 हैगी आ इनू माइनस कर दो और ये कितनी आ गई रहे 0 ते 40 यानी किलो जूल पर मोल तुहानूं बैकवर्ड वास्ते देनी पएगी। सो ये ग्राफ तो निकल जाएगी, आ एक्टिवेशन एनर्जी कटनी ते का कटनी आ नहीं विच ऐड करनी आ, ये घटा देनी है क्योंकि ऑलरेडी उन्होंने को हैगियां। सो ये दो आंसर अपने इत्थों निकल गए। थर्ड क्वेश्चन आ गया, डॉटेड कर्व इज रिएक्शन पाथ इन द प्रेजेंस ऑफ कैटलिस्ट। आ वाला पाथ आ गया, हुण इहदी भी कढनी आ। What is the energy of activation for the forward and backward reaction in the presence of catalyst? What is the lowering in activation energy in presence of catalyst? हुण आ कैटलिस्ट पाउण ते कहंदा हुण फॉरवर्ड ते बैकवर्ड दसो, हुण तुसीं मैच करो। हुण आ रिएक्टेंट कोल हैगी, हुण तुसीं इत्थे तक नोट करनी है क्योंकि हुण ग्राफ दी आ गई ना, प्रोडक्ट दी भी तुसीं इत्थे तक ही नोट करोगे। क्लीयर? हुण देखो टोटल कितनी देनी पै रही आपां नूं 120, रिएक्टेंट कोल कितनी हैगी आ 110, तां फॉरवर्ड दी कितनी आ गई रजे, घटा के देख लो 120 टोटल चाहिए सी, जी चो 110 जी रिएक्टेंट ले बैठे आ, तो आंसर आ गया अपने को 10। सो मैच भी कर लिए। सो पहला आंसर जो अपने को निकल रहा वो 10 किलो जूल पर मोल का निकल रहा। क्लीयर? हुण तुसीं देखो बैकवर्ड की कढ़नी आ, हुण बैकवर्ड किद्दां लओगे, बैकवर्ड भी इदां ही ले लो। हुण बैकवर्ड वास्ते टोटल कितनी चाहिए है रजे 120, प्रोडक्ट कोल कितनी हैगी 100, तो 120 माइनस 100 करोगे तो कितनी आ जाएगी 20 किलो जूल पर मोल। सो इस तरह ग्राफ के विचों रजे आंसर निकलने शुरू हो जाएंगे अगर तुसीं ध्यान नाल करोगे। ये भी हो गया अपना, क्लीयर हो गया। हुण लोरिंग कितनी हुई एक्टिवेशन एनर्जी च कैटलिस्ट पाउण ते पहला 140 चाहिए सी, हुण कितनी चाहिए 120। सो लोरिंग कितनी होगी रजे 140 माइनस 120 यानी 20 किलो जूल का फर्क जिहड़ा सी कैटलिस्ट पाउण ते पै गया। ये तीसरा आंसर हो गया। फिर लास्ट अपन पूछा विल द कैटलिस्ट चेंज द एक्सटेंट ऑफ रिएक्शन, ये आप जवानी आंसर देवांगे नो। कैटलिस्ट रेट ऑफ रिएक्शन नू फास्ट जरूर कर सकता पर जिहड़ा इक्विलिब्रियम है या जिहड़ी एक्सटेंट ऑफ रिएक्शन उन्होंने चेंज नहीं कर पाऊगा क्योंकि ये दोनों की एनर्जी नू ही डाउन कर रहा है। ये बैरियर दोनों वास्ते है, रिएक्टेंट वास्ते भी प्रोडक्ट, जिन्नी तुसीं रिएक्टेंट लिए बैरियर घटा रहे हो उन्ना ही किहदे लिए घट रहा प्रोडक्ट, तो डिफरेंस तो सेम ही रह गया। सो एक्सटेंट ऑफ रिएक्शन ये चेंज नहीं करेगा। इस तरह के क्वेश्चन तुसीं ग्राफ तो कर सकते हैं। मेरे हिसाब नाल हुण तुहानूं ईजीली समझ आ जाएगा। इस तो बाद रजे एक अद्धी कंसैप्चुअल प्रॉब्लम सीगी जिहड़ी मेरे दिमाग सी, मैं तुहानूं एक अद्धा क्वेश्चन दसना आ, ज़्यादा नहीं है ये कंसैप्चुअल ज़्यादा इंपोर्टेंट नहीं है, एक दो क्वेश्चन है जिहड़े तुसीं कर लो और फिर ये लैसन जिहड़ा ना तुहाडा खत्म हो जाएगा। तो कल आप फिर नैक्सट चैप्टर नूं स्टार्ट करांगे और सैटरडे तुसीं टेस्ट लई रख लो, ठीक है जी। का क्वेश्चन जरूर करो, ये हैगा आफ्टर 5 हाफ लाइफ पीरियड्स फॉर फर्स्ट ऑर्डर रिएक्शन व्हाट फ्रैक्शन ऑफ रिएक्शन रिएक्टेंट रिमेन्स। ये बड़ा क्वेश्चन आता पेपर च, आफ्टर 5 हाफ लाइफ पीरियड्स, 5 हाफ लाइफ पीरियड निकल गए, दसो तुहाडे कोल बाद च रिएक्टेंट किन्ने बचे। ये क्वेश्चन बहुत इंपॉर्टेंट है। 5 हाफ लाइफ पीरियड तो बाद रिएक्टेंट्स जिहड़े आ वो किन्ने होणगे। हुण पहला तुसीं 1 हाफ लाइफ पीरियड ले लेनी, फिर 2 ले लेनी, 3 ले लेनी, 4 ले लेनी, 5 ले लेनी। 5 बाद चीज़ नूं तुसीं की करदे जाना, घटाते जाना राजे।
ਮੰਨ ਲਓ ਤੁਹਾਡੇ ਕੋਲ ਪਹਿਲਾਂ ਚੀਜ਼ ਇੱਕ ਸੀਗੀ, ਠੀਕ ਹੈ, ਪਹਿਲੀ ਹਾਫ ਲਾਈਫ ਪੀਰੀਅਡ ਤੋਂ ਬਾਅਦ ਉਹ ਅੱਧੀ ਰਹਿ ਗਈ, ਸਿੰਪਲ ਹੀ ਕਰ ਲੈਂਦੇ ਆਪਾਂ, ਕੋਈ ਵੈਲਿਊ ਲੈਣ ਦੀ ਲੋੜ ਹੀ ਨਹੀਂ। ਜਦੋਂ ਦੂਜਾ ਹਾਫ ਲਾਈਫ ਪੀਰੀਅਡ ਆਇਆ ਇਹ ਅੱਧੀ ਤੋਂ ਵੀ ਅੱਧੀ ਰਹਿ ਗਈ, ਗੁਣਾ ਕਰ ਕਰਕੇ ਦੇਖੀ ਜਾਣਾ ਤੁਸੀਂ, ਇਹਦਾ ਵੀ ਹਾਫ ਕਰ ਲਿਆ, ਠੀਕ ਹੈ, ਇਹ ਬਣ ਗਈ 1/4। ਜਦੋਂ ਤੀਜਾ ਹਾਫ ਲਾਈਫ ਹੋਇਆ ਫਿਰ ਇਹਦਾ ਅੱਧ ਹੋ ਗਿਆ, ਹੁਣ ਬਣ ਗਈ 1/8। ਜਦੋਂ ਚੌਥਾ ਹੋਇਆ ਫਿਰ ਤੁਸੀਂ ਇਹਦਾ ਵੀ ਅੱਧ ਕਰ ਲਓ, ਕਿੰਨੀ ਬਣ ਗਈ 1/16। ਜਦੋਂ ਪੰਜਵਾਂ ਹੋਇਆ ਫਿਰ ਇਹਦਾ ਵੀ ਅੱਧ ਕਰ ਲਓ, ਕਿੰਨੀ ਬਣ ਗਈ 1/32। ਸੋ ਆਨਸਰ ਕਿੰਨਾ ਆ ਜਾਏਗਾ 1/32। ਸੋ ਇਸ ਤਰ੍ਹਾਂ ਦਾ ਕੁਐਸਚਨ ਪੇਪਰ 'ਚ ਬਹੁਤ ਪੁੱਛਦੇ ਆ ਵੀ 2 ਹਾਫ ਲਾਈਫ ਪੀਰੀਅਡ ਲੰਘ ਗਏ, 3 ਲੰਘ ਗਏ, ਉਹ ਤੋਂ ਬਾਅਦ ਕਿੰਨਾ ਰਿਐਕਟੈਂਟ ਬਚੂਗਾ। ਟੋਟਲ 1 ਮੰਨ ਕੇ ਤੁਸੀਂ ਉਹਦਾ ਅੱਧ ਕਰਦੇ ਜਾਣਾ, ਯਾਨੀ ਉਹਨੂੰ ਤੁਸੀਂ 1/2 1/2 ਨਾਲ ਮਲਟੀਪਲਾਈ ਕਰਕੇ ਆਨਸਰ ਜਿਹੜਾ ਉਹ ਦੇ ਸਕਦੇ ਆ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਇਹ ਦੱਸਣਾ ਤੁਹਾਨੂੰ ਜ਼ਰੂਰੀ ਸੀਗਾ। ਬਾਕੀ ਉਹ ਧਿਆਨ 'ਚ ਰੱਖਿਓ ਜਿਹੜੇ ਸੀਡੋ ਕੈਮੀਕਲ ਰਿਐਕਸ਼ਨਸ ਹੈਗੇ ਆ ਨਾ, ਉਹਦੇ ਕੁਐਸਚਨਸ ਮੈਂ ਤੁਹਾਨੂੰ ਸੈਂਡ ਕਰੂੰਗੀ ਕਨਸੈਪਚੁਅਲ, ਵੀ ਉਹਦੇ ਵਿੱਚ ਤੁਹਾਨੂੰ 2 ਰਿਐਕਟੈਂਟ ਨਜ਼ਰ ਆਣਗੇ ਤਾਂ ਤੁਹਾਨੂੰ ਮੋਲੀਕੂਲੈਰਿਟੀ ਤੇ ਆਰਡਰ ਪੁੱਛਿਆ ਹੋਊਗਾ, ਆਰਡਰ ਜਿਹੜਾ ਹੋਏਗਾ ਉਹਦਾ 1 ਰਹਿ ਜਾਏਗਾ ਕਿਉਂਕਿ ਪਾਣੀ ਜ਼ਿਆਦਾ ਐਕਸੈਸ 'ਚ ਹੋਏਗਾ, ਉਹਦੀ ਆਪਾਂ ਲੈਣਾ ਨਹੀਂ, ਉਹ ਰੇਟ ਤੇ ਇਫੈਕਟ ਨਹੀਂ ਕਰੇਗਾ, ਲੇਕਿਨ ਮੋਲੀਕੂਲੈਰਿਟੀ ਦਾ ਆਨਸਰ ਕਿੰਨਾ ਆਏਗਾ 2 ਆਏਗਾ। ਸੋ ਆਹ ਮੇਨ ਕੁਐਸਚਨ ਸੀ ਜਿਹੜਾ ਮੈਂ ਸਿਖਾਉਣਾ ਚਾਹੁੰਦੀ ਸੀ ਤੁਹਾਨੂੰ ਕਿ ਇਹਦੇ ਅਕੋਰਡਿੰਗ ਤੁਸੀਂ ਜਿਹੜਾ ਹੈਗਾ ਆਹ ਕੈਲਕੂਲੇਸ਼ਨ ਜ਼ਰੂਰ ਸਿੱਖ ਲਓ। ਮੰਨ ਲਓ ਹੁਣ ਇੱਥੇ ਮੈਂ 5 ਹਾਫ ਲਾਈਫ ਪੀਰੀਅਡ ਪਿੱਛੇ ਪੁੱਛਿਆ, ਮੈਂ 3 ਹਾਫ ਲਾਈਫ ਪੀਰੀਅਡ ਤੋਂ ਬਾਅਦ ਵੀ ਪੁੱਛ ਸਕਦੀ ਹਾਂ, ਤਾਂ 1 ਬਾਅਦ ਕਿੰਨਾ ਰਹਿ ਗਿਆ ਅੱਧਾ, 2 ਬਾਅਦ ਕਿੰਨਾ ਰਹਿ ਗਿਆ ਅੱਧੇ ਤੋਂ ਵੀ ਅੱਧਾ 1/4, 3 ਬਾਅਦ ਕਿੰਨਾ ਰਹਿ ਗਿਆ 1/4, 1/2 ਕਿੰਨਾ ਹੋ ਗਿਆ 1/8। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿੰਨੀਆਂ ਮਰਜ਼ੀ ਹਾਫ ਲਾਈਫ ਪੀਰੀਅਡ ਤੋਂ ਬਾਅਦ ਰਿਐਕਟੈਂਟ ਦਾ ਅਮਾਊਂਟ ਦੱਸ ਸਕਦੇ ਆ, ਠੀਕ ਆ। ਸੋ ਇੰਨਾ ਕੰਮ ਤੁਸੀਂ ਕਰ ਲਿਓ ਰਾਜੇ, ਤੇ ਬਾਕੀ ਫਿਰ ਆਪਾਂ ਨੈਕਸਟ ਚੈਪਟਰ ਜਿਹੜਾ ਕੱਲ ਸ਼ੁਰੂ ਕਰਾਂਗੇ, ਰਿਸਪੌਂਸ ਸੈਂਡ ਕਰ ਦਿਓ।